ਅੰਗਦ ਗੁਰੂ ਅਮਰਦਾਸ ਪਗਬੰਦ। ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ। जिसमें है अमृत ज्ञान है माणक भगत बैराग। श्री गुरु ग्रंथ साहिब उदद बंदों करे अनुराग। सतगुर मम बेरी कटहो निज बेरी परचार। एह बेरी होए भव सफल बिन बेरी कर पार। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਬਿਨ ਲਗਾਮ ਅਸ ਬਲੀ ਪਰ ਰਾਏ ਕੁਏਰ ਆਰੂੜ। ਇਕ ਦਿਸ਼ ਕਰ ਦੋ ਨੋਹ ਚਰਨ ਬੈਠਿਓ ਜਿਸ ਮਤ ਗੂੜ। ਬਿਨ ਲਗਾਮ ਅਸ ਬਲੀ ਪਰ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਤੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸੰਗਤ ਜੀ। ਆਪ ਜੀ ਬੜੇ ਹੀ ਪਿਆਰ ਨਾਲ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਬੈਠੇ ਹੋ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਬਖਸ਼ਿਸ਼ ਦੇ ਨਾਲ ਲੜੀਵਾਰ ਕਥਾ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਅਸੀਂ ਮੁੜ ਤੋਂ ਬੜੇ ਪਿਆਰ ਦੇ ਨਾਲ ਸਰਵਣ ਕਰ ਰਹੇ ਹਾਂ। ਕਵੀ ਜੀ ਕਵੀ ਸੰਤੋਖ ਸਿੰਘ ਜੀ ਜਿਸ ਕਥਾ ਨੂੰ ਲਿਖਦੇ ਆ ਇਹਦਾ ਮੁੱਢ ਭਾਈ ਰਾਮ ਕੋਇਰ ਹਨ ਤੇ ਸਰੋਤਿਆਂ ਦੇ ਕਹਿਣ ਤੇ ਬਾਬਾ ਬੁੱਢਾ ਜੀ ਦੀ ਕੁੱਲ ਵਿੱਚੋਂ ਭਾਈ ਰਾਮ ਕੋਇਰ ਜੀ ਦੇ ਗੁਣ ਦੱਸ ਰਹੇ ਆ, ਚਰਿੱਤਰ ਦੱਸ ਰਹੇ ਆ। ਉਹਦੇ ਵਿੱਚ ਕੱਲ੍ਹ ਆਪ ਜੀ ਨੇ ਪ੍ਰਸੰਗ ਸਰਵਣ ਕੀਤਾ। ਬਾਬਾ ਰਾਮ ਕੋਇਰ ਜੀ ਬਹੁਤ ਮਸਤ ਸੁਭਾਅ ਦੇ ਸਨ। ਉਹਦਾ ਕਾਰਨ ਇਹ ਸੀ ਸਾਧ ਸੰਗਤ ਜੀ ਅੰਦਰ ਜੁੜੇ ਹੋਏ ਸਨ ਨਾਮ ਨਾਲ ਜੀ। ਕਈ ਸਮਾਂ ਨੇਤਰ ਨਹੀਂ ਖੋਲ੍ਹਣੇ ਜੀ, ਲੰਮਾ ਸਮਾਂ ਨੇਤਰ ਨਹੀਂ ਖੋਲ੍ਹਣੇ। ਅਤੇ ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ ਪਿਆਰਿਓ, ਜਿਨ੍ਹਾਂ ਦੇ ਅੰਦਰ ਕੁਝ ਹੁੰਦਾ ਹੈ ਨਾ ਅੱਖਾਂ ਬੰਦ ਕਰਕੇ ਉਹੋ ਹੀ ਬੈਠ ਸਕਦੇ ਆ। ਜਿਨ੍ਹਾਂ ਦੇ ਅੰਦਰ ਕੁਝ ਨਹੀਂ ਹੈਗਾ ਅੱਖਾਂ ਨੀਚੇ ਬੰਦ ਹੁੰਦੀਆਂ। ਇੱਕ ਨੌਜਵਾਨ ਮੈਨੂੰ ਕਹਿਣ ਲੱਗਾ ਜਦੋਂ ਮੈਂ ਅੱਖਾਂ ਬੰਦ ਕਰਦਾ ਨਾ ਬੜੇ ਭਿਆਨਕ ਜਿਹੇ ਸੀਨ ਨਜ਼ਰ ਆਉਂਦੇ ਆ, ਗੰਦਲੇ ਸੀਨ ਨਜ਼ਰ ਆਉਂਦੇ ਆ ਅਤੇ ਮੈਂ ਛੇਤੀ ਅੱਖਾਂ ਖੋਲ੍ਹ ਲੈਂਦਾ। ਜਿਹਨੂੰ ਅੰਦਰ ਕੁਝ ਵਿਖੇਗਾ, ਜਿਹਦੇ ਅੰਦਰ ਕੋਈ ਪ੍ਰਕਾਸ਼ ਹੈ ਉਹੋ ਹੀ ਅੱਖਾਂ ਬੰਦ ਕਰੇਗਾ। ਅਤੇ ਬਾਬਾ ਜੀ ਨੇ ਬਹੁਤ ਘੱਟ ਬੋਲਣਾ, ਬੜੇ ਸੰਜਮ ਵਿੱਚ ਬੋਲਣਾ। ਅਤੇ ਤੁਸੀਂ ਸੁਣਿਆ ਕਿਵੇਂ ਲਾਹੌਰ ਤੋਂ ਇੱਕ ਫੌਜ ਆਈ ਰਮਦਾਸ ਪਿੰਡ ਦੇ ਵਿੱਚ ਸਾਧ ਸੰਗਤ ਜੀ ਉਹਨਾਂ ਨੇ ਲੁੱਟ ਕਰ ਲਈ। ਬਾਬਾ ਰਾਮ ਕੋਇਰ ਜੀ ਦੇ ਘਰ ਦੇ ਭਾਂਡੇ ਠਿੰਡੇ ਗਹਿਣੇ ਮਾਇਆ ਅੰਨ ਪਾਣੀ ਰਸਦਾਂ ਬਸਤਾਂ ਸਾਰਾ ਕੁਝ ਚੁੱਕ ਕੇ ਲੈ ਗਏ। ਪ੍ਰੇਮੀਆਂ ਨੇ ਜਾ ਕੇ ਬਾਬਾ ਰਾਮ ਕੋਇਰ ਜੀ ਨੂੰ ਦੱਸਿਆ, ਬਾਬਾ ਜੀ ਸਾਰਾ ਕੁਝ ਹੀ ਚੁੱਕ ਕੇ ਲੈ ਗਏ ਹੈ। ਬਾਬਾ ਜੀ ਇੰਨੇ ਮਸਤ ਸੁਭਾਅ ਦੇ, ਕੋਈ ਅਸਰ ਹੀ ਨਹੀਂ ਕੀਤਾ ਉਹਨਾਂ ਨੇ ਇੱਕ ਕਿਸੇ ਗੱਲ ਦਾ ਜੀ। ਅਤੇ ਜਦੋਂ ਉਹ ਫੌਜਾਂ ਲਾਹੌਰ ਪਹੁੰਚੀਆਂ, ਲਾਹੌਰ ਦੇ ਸੂਬੇਦਾਰ ਨੂੰ ਪਤਾ ਲੱਗਾ। ਲਾਹੌਰ ਦਾ ਸੂਬੇਦਾਰ ਬਾਬਾ ਰਾਮ ਕੋਇਰ ਜੀ ਦਾ ਭੈ ਰੱਖਦਾ ਸੀਗਾ ਜੀ, ਧਾਰਮਿਕ ਸੀਗਾ। ਉਹਨੂੰ ਪਤਾ ਸੀ ਵੀ ਸੰਤ ਨੇ ਰੱਬ ਦੇ ਪਿਆਰੇ ਆ, ਜੋ ਬੋਲ ਦੇਣ ਉਹ ਸੱਚ ਹੋ ਜਾਂਦਾ ਹੈ।
ਉਹ ਫਿਰ ਕੁਝ ਕੁ ਫੌਜ ਲੈ ਕੇ ਬਾਬਾ ਰਾਮ ਕੋਇਰ ਜੀ ਦੇ ਸਥਾਨ ਤੇ ਪਹੁੰਚਿਆ। ਨੰਗੇ ਪੈਰ ਆ ਕੇ ਉਹਨੇ ਮੱਥਾ ਟੇਕਿਆ ਤੇ ਆਖਿਆ। ਪਹਿਲਾਂ ਤੇ ਕੁਝ ਸਮਾਂ ਖਲੋਤਾ ਰਿਹਾ। ਬਾਬਾ ਰਾਮ ਕੋਇਰ ਜੀ ਨੇ ਪਰਵਾਹ ਹੀ ਨਹੀਂ ਕੀਤੀ ਵੀ ਕੌਣ ਆਇਆ ਹੈ। ਫਿਰ ਬਾਬਾ ਰਾਮ ਕੋਇਰ ਜੀ ਨੂੰ ਸਾਧ ਸੰਗਤ ਜੀ ਉਹਨੇ ਬੇਨਤੀ ਕੀਤੀ। ਕਹਿਣ ਲੱਗੇ, ਮਹਾਰਾਜ ਤੁਹਾਡੇ ਘਰ ਦੀਆਂ ਰਸਦਾਂ ਬਸਤਾਂ ਸਾਰਾ ਕੁਝ ਲੁੱਟ ਕੇ ਲੈ ਗਏ ਆ। ਤੁਹਾਡਾ ਕੀ ਕੀ ਲੁੱਟਿਆ ਗਿਆ, ਸਮਾਨ ਕਿਹੜਾ ਲੁੱਟਿਆ ਗਿਆ, ਉਹ ਲਿਖਾਓ। ਲੁੱਟਿਆ ਤੇ ਬਹੁਤ ਕੁਝ ਗਿਆ ਸੀ, ਪਰ ਬਾਬਾ ਰਾਮ ਕੋਇਰ ਜੀ ਕਹਿਣ ਲੱਗੇ, ਨਹੀਂ ਭਾਈ, ਸਾਡਾ ਕੁਝ ਨਹੀਂ ਲੁੱਟਿਆ ਗਿਆ, ਸਾਡਾ ਕੁਝ ਨਹੀਂ ਗਿਆ। ਉਹ ਬੜਾ ਹੈਰਾਨ ਹੋਇਆ। ਕਹਿਣ ਲੱਗਾ, ਜੀ ਵੇਖ ਲਓ, ਧਿਆਨ ਮਾਰ ਲਓ। ਬਾਬਾ ਜੀ ਕਹਿਣ ਲੱਗੇ, ਬਾਜਾਂ ਦੇ ਬਹਿਣ ਵਾਲੇ ਅੱਡੇ ਜਿਹੜੇ ਆ ਨਾ, ਜਿਨ੍ਹਾਂ ਨੂੰ ਰੇਸ਼ਮ ਦੀਆਂ ਡੋਰਾਂ ਲੱਗੀਆਂ ਸੀ, ਉਹ ਨਹੀਂ ਵੇਖ ਰਹੇ, ਉਹ ਨਾ ਲੈ ਗਏ ਹੋਣ। ਉਹ ਵੇਖ ਕੇ ਬੜਾ ਹੈਰਾਨ ਹੋਇਆ। ਕਹਿਣ ਲੱਗਾ, ਵੇਖੋ ਬ੍ਰਹਮ ਗਿਆਨੀ, ਜੋ ਸਾਹਮਣੇ ਵੇਖ ਰਿਹਾ ਉਹੋ ਹੀ ਗੱਲ ਕੀਤੀ ਹੈ, ਬਾਕੀ ਕੁਝ ਨਹੀਂ ਕੀਤਾ ਜੀ। ਸੰਗਤ ਜੀ ਫਰਕ ਬੜਾ ਹੈ। ਅਸੀਂ ਆ ਸੰਸਾਰੀ ਲੋਕ, ਸਾਡੇ ਅੰਦਰ ਪਕੜ ਬੜੀ ਹੈ ਤੇ ਰੱਬੀ ਪੁਰਸ਼ਾਂ ਦੇ ਅੰਦਰ ਤਿਆਗ ਬੜਾ ਹੁੰਦਾ ਜੀ। ਅਸੀਂ ਪਕੜ ਦੇ ਨਾਲ ਭਰੇ ਆ ਵੀ ਮੇਰਾ, ਆ ਵੀ ਮੇਰਾ, ਆ ਵੀ ਮੇਰਾ, ਤੇ ਰੱਬ ਦੇ ਪਿਆਰੇ ਸਭ ਕੁਝ ਛੱਡੀ ਜਾਂਦੇ ਜੀ, ਸਭ ਕੁਝ ਛੱਡੀ ਜਾਂਦੇ ਆ। ਉਹ ਪਰਵਾਹ ਨਹੀਂ ਕਰਦੇ ਜੀ। ਜੇ ਉਹ ਕੁਝ ਨਹੀਂ ਛੱਡਦੇ ਤਾਂ ਵਾਹਿਗੁਰੂ ਦਾ ਨਾਮ ਨਹੀਂ ਛੱਡਦੇ ਜੀ। ਬਾਕੀ ਉਹ ਸਭ ਕੁਝ ਛੱਡ ਦਿੰਦੇ। ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੇ ਪਹਿਲਾਂ ਹੀ ਛੱਡੇ ਹੁੰਦੇ ਜੀ ਉਹਨਾਂ ਨੇ। ਇਹੋ ਜਿਹੀਆਂ ਚੀਜ਼ਾਂ ਦਾ ਮਾਣ ਵੀ ਛੱਡ ਦਿੰਦੇ ਆ। ਸਾਨੂੰ ਇਹ ਗੱਲਾਂ ਬੜੀਆਂ ਤੰਗ ਕਰਨਗੀਆਂ, ਆ ਵੀ ਮੇਰਾ ਹੈ, ਆ ਵੀ ਮੇਰਾ ਹੈ। ਬੰਦੇ ਦੀ ਜਾਨ ਫਸੀ ਪਈ ਕਿ ਇਹਨਾਂ ਚੀਜ਼ਾਂ ਵਿੱਚ। ਪਰ ਬਾਬਾ ਰਾਮ ਕੋਇਰ ਜੀ ਸਾਧੂ ਬਿਰਤੀ ਦੇ ਮਾਲਕ, ਉਹਨਾਂ ਪਰਵਾਹ ਹੀ ਨਹੀਂ ਕੀਤੀ ਜੀ। ਬੜੇ ਬੜੇ ਅਸਥਾਨਾਂ ਤੇ ਵੇਖਿਆ, ਜਿਹੜੇ ਪਹਿਲਾਂ ਮਹਾਤਮਾ ਨੇ ਉਹ ਬੜੇ ਸਾਧੂ ਬਿਰਤੀ ਦੇ ਹੁੰਦੇ ਆ, ਬਾਅਦ ਵਿੱਚ ਪਕੜ ਵਾਲੇ ਆ ਜਾਂਦੇ ਆ ਜੀ। ਉਹਨਾਂ ਦੇ ਅੰਦਰ ਪਕੜ ਬੜੀ ਹੁੰਦੀ ਹੈ। ਪਕੜ ਤੁਸੀਂ ਸਮਝਦੇ ਹੋ ਨਾ, ਕਿਸੇ ਚੀਜ਼ ਤੇ ਦਾਅਵਾ ਕਰਨਾ ਵੀ ਇਹ ਚੀਜ਼ ਸਾਡੀ ਹੈ। ਸੋ ਬਾਬਾ ਰਾਮ ਕੋਇਰ ਜੀ, ਸੰਗਤ ਜੀ, ਕਿਸੇ ਚੀਜ਼ ਤੇ ਵੀ ਦਾਅਵਾ ਨਹੀਂ ਹੈਗਾ ਜੀ ਉਹਨਾਂ ਦਾ। ਦਾਵੈ ਦਾਜਨ ਹੋਤ ਹੈ, ਨਿਰਦਾਵੈ ਰਹਿ ਨਿਸੰਗ। ਬ੍ਰਹਮ ਗਿਆਨੀ ਜਿਹੜਾ ਹੈ ਉਹ ਨਿਰਦਾਵ ਰਹਿੰਦਾ ਹੈ ਜੀ। ਉਹ ਦਾਅਵਾ ਨਹੀਂ ਕਰਦਾ ਵੀ ਆ ਵੀ ਮੇਰਾ, ਆ ਵੀ ਮੇਰਾ। ਉਹ ਕੀ ਕਹਿੰਦਾ? ਉਹ ਕਹਿੰਦਾ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲੱਗ ਹੈ ਮੇਰਾ। ਸੋ ਬਾਬਾ ਕਬੀਰ ਜੀ ਨੇ ਇਹ ਗੱਲ ਕਹੀ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲੱਗ ਹੈ ਮੇਰਾ। ਸੋ ਹੁਣ ਲਾਹੌਰ ਦਾ ਸੂਬੇਦਾਰ ਬਾਬਾ ਜੀ ਨੂੰ ਵੇਖ ਕੇ ਕਹਿਣ ਲੱਗਾ ਜੀ, ਮੈਂ ਤੁਹਾਨੂੰ ਲਾਹੌਰ ਲੈ ਕੇ ਜਾਣਾ ਚਾਹੁੰਦਾ, ਕਿਰਪਾ ਕਰੋ ਤੇ ਲਾਹੌਰ ਵਿੱਚ ਚਰਨ ਪਾਓ। ਹੁਣ ਇਹਦੇ ਤੋਂ ਅੱਗੇ ਜਿਹੜੀ ਕਥਾ ਹੈ ਉਹ ਆਪਾਂ ਬੜੇ ਪਿਆਰ ਦੇ ਨਾਲ ਸਰਵਣ ਕਰੀਏ। ਸੁਰਤੀਆਂ ਬਿਰਤੀਆਂ ਇਕਾਗਰ ਕਰਕੇ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਦੋਹਰਾ ਬਿਨ ਲਗਾਮ ਅਸ ਬਲੀ ਪਰ, ਰਾਏ ਕੁਵੇਰ ਆਰੂੜ। ਫਿਰ ਪੜੋ। ਬਿਨ ਲਗਾਮ ਅਸ ਬਲੀ ਪਰ, ਰਾਮ ਕੁਵੇਰ ਆਰੂੜ। ਬਿਨਾ ਲਗਾਮ ਵਾਲਾ ਘੋੜਾ, ਬੜਾ ਬਲੀ ਘੋੜਾ, ਸਾਧ ਸੰਗਤ ਜੀ, ਉਹਦੇ ਉੱਤੇ ਬਾਬਾ ਰਾਮ ਕੋਇਰ ਜੀ ਸੱਜ ਗਏ ਜੀ। ਹੁਣ ਵੇਖੋ, ਆਪਾਂ ਘੋੜੇ ਤੇ ਬਹਿਣਾ ਹੋਵੇ, ਲਗਾਮਾਂ ਚਾਹੀਦੀਆਂ। ਘੋੜਾ ਰੋਕਣਾ, ਤੋਰਨਾ, ਲਗਾਮਾਂ ਦੀ ਖੇਡ ਹੈਗੀ ਹੈ ਜੀ। ਤੇ ਬਿਨਾਂ ਲਗਾਮਾਂ ਵਾਲੇ ਘੋੜੇ ਤੇ ਬਾਬਾ ਰਾਮ ਕੋਇਰ ਜੀ ਚੜ ਗਏ। ਇੱਕ ਦਿਸ਼ ਕਰ ਦੋਨੋਂ ਚਰਨ, ਬੈਠਿਓ ਜਿਸ ਮਤ ਗੂੜ। ਤੇ ਮਨ ਵਾਹਿਗੁਰੂ ਦੇ ਵਿੱਚ ਲੀਨ ਹੈ ਜੀ। ਤੇ ਬਾਬਾ ਜੀ ਦਾ ਘੋੜੇ ਤੇ ਬੈਠਣ ਵਾਲਾ ਪਤਾ ਕੀ ਤਰੀਕਾ ਸੀ? ਆਮ ਬੰਦਾ ਬੈਠਦਾ, ਇੱਕ ਚਰਨ ਇੱਧਰ ਹੁੰਦਾ, ਇੱਕ ਇੱਧਰ। ਬਾਬਾ ਰਾਮ ਕੋਇਰ ਜੀ ਘੋੜੇ ਤੇ ਬੈਠੇ, ਦੋਵੇਂ ਪੈਰ ਇੱਕੋ ਬੰਨੇ ਕੀਤੇ ਜੀ, ਦੋਵੇਂ ਚਰਨ ਇੱਕੋ ਪਾਸੇ ਕੀਤੇ ਜੀ। ਹਾਂਜੀ। ਚੌਪਈ
ਦੇਖ ਤੁਰਕ ਗਨ ਬਿਸਮੈ ਭਏ। ਉਹ ਤੁਰਕ ਵੇਖ ਕੇ, ਤੁਰਕਾਂ ਦੀ ਫੌਜ ਵੇਖ ਕੇ ਬੜੀ ਹੈਰਾਨ ਹੋਈ ਵੀ ਦੋਵੇਂ ਚਰਨ ਇੱਕੋ ਬੰਨੇ ਕੀਤੇ ਆ ਤੇ ਘੋੜਾ ਕਿਵੇਂ ਤੁਰਨਗੇ, ਘੋੜਾ ਰੋਕਣਗੇ ਕਿਵੇਂ। ਹਾਂਜੀ, ਇੱਕ ਦਿਸ਼ ਚਰਨ ਅਡੁੱਲ ਗਤ ਲਏ। ਤੇ ਇੱਕ ਬੰਨੇ ਦੋਵੇਂ ਚਰਨ ਇੱਕ ਬੰਨੇ ਕੀਤੇ ਘੋੜੇ ਤੇ ਬੈਠਿਆਂ ਤੇ ਘੋੜਾ ਤੁਰ ਰਿਹਾ ਜੀ। ਇਹ ਅਡੋਲ ਬੈਠੇ ਆ, ਇਹਨਾਂ ਤੇ ਕੋਈ ਅਸਰ ਨਹੀਂ ਹੈਗਾ। ਹਾਂਜੀ, ਰਾਮਾ ਦਾਸ ਸਾਥ ਤਬ ਖਾਨ। ਤੇ ਭਾਈ ਰਾਮ ਕੋਇਰ ਜੀ ਦਾ ਜਿਹੜਾ ਸੇਵਕ ਸੀ ਨਾ ਗੜਵਈ, ਉਹਦਾ ਨਾਮ ਸੀ ਭਾਈ ਰਾਮਾ। ਤੁਰਕ ਜਿਹੜੇ ਆ ਉਹ ਭਾਈ ਰਾਮੇ ਨੂੰ ਕਹਿਣ ਲੱਗੇ। ਹਾਂਜੀ, ਬੂਝਣ ਲਾਗਿਓ ਮਨ ਹੈਰਾਨ। ਉਹ ਬੜੇ ਹੈਰਾਨ ਹੋ ਕੇ ਪੁੱਛਣ ਲੱਗੇ, ਕਿਉਂ ਉਹਨਾਂ ਕਦੀ ਵੇਖਿਆ ਨਹੀਂ ਸੀਗਾ ਜੀ ਘੋੜੇ ਤੇ ਇਸ ਤਰੀਕੇ ਨਾਲ ਕਿਸੇ ਨੂੰ ਬੈਠਿਆਂ, ਉਹਨਾਂ ਵੇਖਿਆ ਹੀ ਨਹੀਂ ਸੀਗਾ ਜੀ। ਅਸਲ ਵਿੱਚ ਸੰਗਤ ਜੀ ਸਾਰੀ ਨਾਮ ਦੀ ਖੇਡ ਹੈ। ਜਿਹੜੇ ਨਾਮ ਜਪਦੇ ਨਾ, ਪਸ਼ੂ ਪੰਛੀ ਵੀ ਉਹਨਾਂ ਦੇ ਹੁਕਮ ਵਿੱਚ ਹੋ ਜਾਂਦੇ ਜੀ। ਤੇ ਜਿਹੜੇ ਨਾਮ ਨਹੀਂ ਨਾ ਜੀ ਜਪਦੇ, ਬੰਦੇ ਵੀ ਉਹਨਾਂ ਦੇ ਕਹਿਣੇ 'ਚ ਨਹੀਂ ਚੱਲਦੇ ਜੀ। ਹਾਂਜੀ, ਕਿਮ ਅਰੂੜ ਇਹ ਭਏ ਤੁਰੰਗ। ਉਹ ਦੂਜਿਆਂ ਨੂੰ ਪੁੱਛਦੇ ਆ, ਕਹਿੰਦੇ ਵੀ ਇਹ ਕਿਵੇਂ ਘੋੜੇ ਤੇ ਚੜੇ ਹੋਏ ਆ, ਦੋਵੇਂ ਚਰਨ ਇੱਕ ਪਾਸੇ ਕੀਤੇ ਆ। ਇਹ ਤੇ ਚਲੋ ਮੈਂ ਸਤਿਕਾਰ ਨਾਲ ਚਰਨ ਸ਼ਬਦ ਕਹਿ ਰਿਹਾ, ਉਹ ਲੱਤਾਂ ਕਹਿੰਦੇ ਸੀਗੇ ਜੀ। ਹਾਂਜੀ, ਗਿਰਨਾ ਪਰਹੇ ਹੋਏ ਭੰਗ ਨਾ ਅੰਗ। ਉਹ ਕਹਿਣ ਲੱਗੇ ਜਦੋਂ ਘੋੜੇ ਨੇ ਭੱਜਣਾ ਤੇ ਨਾ ਲਗਾਮ ਨਾ ਕਾਠੀ ਹੋਵੇਂ ਬੈਠੇ ਨਾ ਤੇ ਡਿੱਗ ਜਾਣਾ, ਕਿਤੇ ਡਿੱਗ ਹੀ ਨਾ ਜਾਣ, ਕੋਈ ਹੱਥ ਪੈਰ ਨਾ ਟੁੱਟ ਜਾਵੇ। ਹਾਂਜੀ, ਨਹਿ ਲਗਾਮ ਮੁਖ ਦੀਨ ਸਯਾਹੂ। ਕਿਉਂ ਘੋੜੇ ਦੇ ਮੂੰਹ 'ਚ ਲਗਾਮ ਵੀ ਨਹੀਂ ਦਿੱਤੀ। ਤੇ ਜਿਹੜੇ ਘੋੜ ਸਵਾਰੀ ਕਰਦੇ ਉਹਨਾਂ ਨੂੰ ਪਤਾ, ਲਗਾਮ ਖਿੱਚਣ ਦੇ ਨਾਲ ਘੋੜਾ ਰੁਕਦਾ ਜੀ, ਢਿੱਲੀ ਕਰਨ ਨਾਲ ਤੁਰ ਪੈਂਦਾ ਜੀ ਉਹ। ਹਾਂਜੀ, ਇਹ ਘੋੜ ਸਵਾਰੀ ਦਾ ਤਰੀਕਾ ਹੈਗਾ ਜੀ। ਲਗਾਮ ਵੀ ਨਹੀਂ ਇਹਨਾਂ ਨੇ ਉਹਦੇ ਮੂੰਹ ਵਿੱਚ ਦਿੱਤੀ ਤੇ ਰੋਕਣਗੇ ਕਿਵੇਂ ਉਹਨੂੰ। ਹਾਂਜੀ, ਦਿਖਿਅਤ ਬਲੀ ਮਹਾ ਇਹ ਬਾਹੂ। ਦਿਖਿਅਤ ਬਲੀ ਮਹਾ ਇਹ ਬਾਹੂ। ਫਿਰ ਘੋੜਾ ਵੀ ਬੜਾ ਤਗੜਾ ਹੈ, ਇੰਨਾ ਵੱਡਾ ਘੋੜਾ, ਦੋਵੇਂ ਪਾਸੀ ਚਰਨ ਕਰਕੇ ਬਾਬਾ ਜੀ ਬੈਠੇ ਆ, ਕਿਤੇ ਡਿੱਗ ਹੀ ਨਾ ਜਾਣ। ਹਾਂਜੀ, ਤਬ ਰਾਮੇ ਨੇ ਸਕਲ ਬਤਾਈ। ਤੇ ਰਾਮਾ ਜੀ ਨੇ ਫਿਰ ਤੁਰਕਾਂ ਨੂੰ ਸਾਰੀ ਗੱਲ ਦੱਸੀ। ਇਹ ਨਿਤ ਐਸੇ ਕਰਤ ਚੜਾਈ। ਕਹਿੰਦੇ ਨਹੀਂ ਨਹੀਂ, ਇਹ ਰੋਜ਼ ਇੰਝ ਹੀ ਜਾਂਦੇ ਆ ਬਾਹਰ ਅੰਦਰ, ਇਹ ਇੰਝ ਹੀ ਜਾਂਦੇ, ਇਹਨਾਂ ਉੱਤੇ ਨਹੀਂ ਇਹਨਾਂ ਗੱਲਾਂ ਦਾ ਅਸਰ ਹੈਗਾ ਜੀ। ਹਾਂਜੀ, ਬਿਨਾ ਲਗਾਮ ਭਜਾਵਹਿ ਘੋਰਾ। ਇਹ ਬਿਨਾ ਲਗਾਮ ਤੋਂ ਹੀ ਘੋੜਾ ਭਜਾਉਂਦੇ ਆ ਜੀ। ਘੋੜੇ ਨੂੰ ਭਜਾਉਣ ਵਾਸਤੇ ਵੀ ਲਗਾਮ ਦੀ ਜ਼ਰੂਰਤ ਹੈਗੀ ਆ ਜੀ। ਮਤਲਬ ਲਗਾਮ ਹੀ ਰੇਸ ਬ੍ਰੇਕ ਹੈਗੀ ਆ ਜੀ ਘੋੜੇ ਦੀ ਜੀ। ਤੇ ਉਹਨਾਂ ਦੱਸਿਆ, ਕਹਿਣ ਲੱਗੇ ਵੀ ਇਹ ਬਿਨਾ ਲਗਾਮ ਤੋਂ ਹੀ ਘੋੜਾ ਭਜਾਉਂਦੇ ਆ। ਹਾਂਜੀ, ਕਰਹਿ ਅਖੇਰ ਬ੍ਰਿਤ ਚਹੁ ਓਰਾ। ਜਦੋਂ ਜੀ ਕਰੇ ਸ਼ਿਕਾਰ ਵੀ ਖੇਡਦੇ ਆ, ਪਰ ਦੋਵੇਂ ਚਰਨ ਇੱਕੋ ਪਾਸੇ ਕਰਕੇ ਬੈਠ ਜਾਂਦੇ ਆ ਤੇ ਫਿਰ ਘੋੜੇ ਨੂੰ ਭਜਾਉਂਦੇ ਆ। ਹਾਂਜੀ, ਦੋਏ ਦਿਸ਼ ਜਾਂਗ ਕਬਹੇ ਲਟਕਨ ਤੇ। ਦੋਏ ਦਿਸ਼ ਜਾਂਗ ਕਬਹੇ ਲਟਕਨ ਤੇ। ਕਦੀ ਕਦੀ ਤੇ ਦੋਵੇਂ ਚਰਨ ਇੱਕੋ ਪਾਸੇ ਕਰ ਲੈਂਦੇ ਆ। ਹਾਂਜੀ, ਨਾਹੇ ਨਾ ਇੱਕ ਦਿਸ਼ ਚਰਨ ਕਰਨ ਤੇ ਕਦੀ ਕਦੀ ਜਿਹੜੇ ਆ ਇਹ ਇੱਕ ਇੱਕ ਪਾਸੇ ਕਰ ਲੈਂਦੇ ਆ। ਭਾਵ ਕਦੀ ਕਦੀ ਆਮ ਬੰਦਿਆਂ ਵਾਂਗੂ ਬੈਠਦੇ ਆ ਤੇ ਕਈ ਵਾਰੀ ਆਪਣੀ ਮੌਜ ਵਿੱਚ ਹੀ ਰਹਿੰਦੇ ਆ ਤੇ ਦੋਵੇਂ ਚਰਨ ਇੱਕੋ ਪਾਸੇ ਕਰ ਲੈਂਦੇ ਆ। ਹਾਂਜੀ, ਬਿਸਮਹਿ ਖਾਨ ਬਾਤ ਸੁਣ ਕਰਕੇ। ਉਹ ਤੁਰਕਾਂ ਨੇ ਇਹ ਗੱਲ ਵੇਖੀ ਨਹੀਂ ਸੀ ਕਦੇ ਵੀ ਕੋਈ ਘੋੜੇ ਤੇ ਇੰਝ ਜਾਵੇ, ਘੋੜਾ ਵੀ ਬੜਾ ਤਾਕਤਵਰ ਹੋਵੇ। ਉਹ ਬੜੇ ਹੈਰਾਨ ਹੋਏ ਆ ਵੇਖ ਕੇ ਵੀ ਤੇ ਸੁਣ ਕੇ ਵੀ। ਹਾਂਜੀ, ਔਰ ਮਹਿ ਸੰਸੈ ਰਹਿਓ ਵਿਚਰ ਕੇ। ਉਹ ਫਿਰ ਮਨ ਵਿੱਚ ਬੜਾ ਸ਼ੰਕਾ ਕਰ ਰਹੇ ਜੀ, ਕਹਿਣ ਲੱਗੇ ਕਮਾਲ ਹੈ, ਘੋੜਾ ਵੀ ਇਹਨਾਂ ਦੇ ਹੁਕਮ ਵਿੱਚ ਹੈਗਾ। ਹਾਂਜੀ, ਤਿਮਹੀ ਚੜੇ ਆਏ ਲਵਪੁਰ ਮੈਂ। ਬਸ ਉਹ ਬਾਬਾ ਜੀ ਇਸੇ ਤਰ੍ਹਾਂ ਰਮਦਾਸ ਤੋਂ ਲਾਹੌਰ ਪਹੁੰਚੇ ਜੀ ਤੇ ਦੋਵੇਂ ਚਰਨ ਇੱਕੋ ਪਾਸੇ ਕੀਤੇ, ਘੋੜੇ ਤੇ ਬੈਠੇ ਐਵੇਂ ਹੀ ਰਮਦਾਸ ਪਹੁੰਚੇ ਜੀ, ਵਾਹਿਗੁਰੂ ਲਾਹੌਰ ਪਹੁੰਚੇ। ਹਾਂਜੀ, ਡੇਰਾ ਦੀਨਸ ਸੁੰਦਰ ਘਰ ਮੈਂ। ਡੇਰਾ ਦੀਨਸ ਸੁੰਦਰ ਘਰ ਮੈਂ। ਸੂਬੇਦਾਰ ਨੇ ਜਿਹੜਾ ਸਭ ਤੋਂ ਵਧੀਆ ਸਥਾਨ ਸੀ ਨਾ ਉਹਦਾ, ਉੱਥੇ ਬਾਬਾ ਰਾਮ ਕੋਇਰ ਜੀ ਦਾ ਡੇਰਾ ਕਰਵਾਇਆ ਜੀ। ਹਾਂਜੀ, ਸਰਬ ਭਾਂਤ ਕੀ ਸੇਵ ਕਰਾਈ। ਹਰ ਪ੍ਰਕਾਰ ਨਾਲ ਸੇਵਾ ਕੀਤੀ ਜੀ ਉਹਨੇ।
ਬੰਦਿਆਂ ਨੂੰ ਹੁਕਮ ਕਰਤਾ ਵੀ ਇਹਨਾਂ ਦੀ ਸੇਵਾ ਕਰੋ। ਰੱਬ ਦੇ ਪਿਆਰਿਆਂ ਨੂੰ ਲੋੜ ਤੇ ਹੁੰਦੀ ਨਹੀਂ ਵੀ ਕੋਈ ਸਾਡੀ ਸੇਵਾ ਕਰੇ, ਪਰ ਉਹ ਫਿਰ ਵੀ ਉਹਨੇ ਪੂਰੀ ਸੇਵਾ ਭਾਵਨਾ ਰੱਖੀ ਜੀ ਪੂਰੀ। ਹਾਂਜੀ। ਲੁੱਟੀ ਵਸਤ ਜੋ ਸਭ ਫਿਰ ਵਾਈ। ਉਹ ਫਿਰ ਬੰਦੇ ਜਿਹੜੇ ਨਾਲ ਆਏ ਸੀ ਨਾ ਬਾਬਾ ਰਾਮ ਕੋਇਰ ਜੀ ਦੇ, ਉਹ ਲਾਹੌਰ 'ਚ ਫੇਰੇ। ਜਿਹੜਾ ਡੇਰੇ ਦਾ ਸਮਾਨ ਫੌਜ ਲੁੱਟ ਕੇ ਲੈ ਕੇ ਗਈ ਸੀ, ਉਹ ਸਾਰੀਆਂ ਵਸਤੂਆਂ ਦੀ ਪਛਾਣ ਕਰਵਾਈ। ਉਹ ਪਛਾਣ ਕਰਵਾ ਕੇ ਸਾਰੀਆਂ ਵਸਤੂਆਂ ਲੈ ਲਈਆਂ। ਜਹ ਜਹ ਗਈ ਸਹੀ ਕਰ ਸਾਰੀ। ਸਾਰੀਆਂ ਵਸਤੂਆਂ ਦੀ ਪਛਾਣ ਕੀਤੀ ਗਈ, ਕਿਹੜੀ ਵਸਤੂ ਕਿੱਥੋਂ ਦੀ ਹੈ, ਕਿਵੇਂ ਹੈ, ਉਹ ਸਾਰੀਆਂ ਰਮਦਾਸ ਵਾਪਸ ਪਹੁੰਚਾਈਆਂ। ਲਈ ਮੰਗਾਏ ਖਾਨ ਬਲ ਭਾਰੀ। ਹਾਂਜੀ। ਗ੍ਰਾਮ ਬਿਖੈ ਸੋ ਦਈ ਪਚਾਏ। ਤੇ ਗ੍ਰਾਮ ਬਿਖੈ ਸੋ ਦਈ ਪੁਚਾਏ। ਸਾਰੀਆਂ ਵਾਪਸ ਪਿੰਡ ਰਮਦਾਸ ਵਿੱਚ ਵਸਤੂਆਂ ਪਹੁੰਚਾ ਦਿੱਤੀਆਂ ਵੀ ਦੇ ਕੇ ਆਓ ਵਾਪਸ। ਹਾਂਜੀ। ਅਪਰਾਧਨ ਕੋ ਦਈ ਸਜਾਏ। ਤੇ ਜਿਨ੍ਹਾਂ ਅਪਰਾਧ ਕੀਤਾ ਸੀ, ਜਿਨ੍ਹਾਂ ਨੇ ਇਹ ਭੁੱਲ ਕੀਤੀ ਸੀ, ਬਾਬਾ ਰਾਮ ਕੋਇਰ ਜੀ ਦੇ ਘਰੋਂ ਵਸਤੂਆਂ ਚੁੱਕੀਆਂ ਸਨ, ਉਹਨਾਂ ਨੂੰ ਸਜ਼ਾ ਵੀ ਦਿੱਤੀ। ਵੇਖ ਲਓ, ਕਿਹਾ ਤੇ ਕੁਝ ਨਹੀਂ ਨਾ ਬਾਬਾ ਰਾਮ ਕੋਇਰ ਜੀ ਨੇ। ਸੰਗਤ ਜੀ, ਆਪਾਂ ਭਗਤੀ ਕਰਦੇ ਨਹੀਂ, ਭਗਤੀ ਕਰਨ ਵਾਲਿਆਂ ਦਾ ਰੱਬ ਰਾਖਾ ਹੁੰਦਾ ਜੀ। ਭਗਤੀ ਕਰਨ ਵਾਲਿਆਂ ਦਾ ਕਹਿਣਾ ਨਹੀਂ ਪੈਂਦਾ, ਸਾਰੇ ਕੰਮ ਆਪੇ ਹੀ ਹੋ ਜਾਂਦੇ ਜੀ। ਤੇ ਮੈਨੂੰ ਮਾਫ ਕਰਿਓ, ਇੱਥੇ ਬੰਦਾ ਤਰਲੇ ਲੈਂਦਾ ਰਹਿੰਦਾ ਤੇ ਕੋਈ ਮੰਨਦਾ ਨਹੀਂ ਜੀ ਉਹਦੀ ਜੀ, ਕੋਈ ਮੰਨਦਾ ਨਹੀਂ ਜੀ। ਤੇ ਜਿਹੜੇ ਭਗਤੀ ਕਰਦੇ ਜੀ, ਉਹਨਾਂ ਦੇ ਸਾਰੇ ਕੰਮ ਆਪੇ ਹੋਏ ਹੁੰਦੇ ਜੀ। ਕਿਉਂ? ਰੱਬ ਉਹਨਾਂ ਦੀ ਸੇਵਾ ਵਿੱਚ ਆਪੇ ਹੀ ਬੰਦੇ ਲਾ ਦਿੰਦਾ ਜੀ। ਰੱਬ ਖੁਦ ਉਹਨਾਂ ਦੀ ਸੇਵਾ ਵਿੱਚ ਆ ਜਾਂਦਾ ਜੀ। ਉਹਨਾਂ ਦੀ ਸੇਵਾ ਕਰਨ ਵਾਸਤੇ ਬੰਦੇ ਤੇ ਫਿਰ ਇੱਕ ਪਾਸੇ ਰਹੇ ਜੀ। ਕਿਵੇਂ ਬਾਬਾ ਰਾਮ ਕੋਇਰ ਜੀ ਦੇ ਕੰਮ ਕਰਨ ਵਾਸਤੇ ਪਰਮੇਸ਼ਰ ਨੇ ਉਹਨਾਂ ਦਾ ਮਨ ਪ੍ਰੇਰਿਆ। ਸੂਬੇਦਾਰ ਨੇ ਆਪ ਵਸਤੂਆਂ ਸਾਰੀਆਂ ਲਭਾ ਕੇ ਰਮਦਾਸ ਨਗਰ ਵਾਪਸ ਭੇਜੀਆਂ ਜੀ। ਹਾਂਜੀ। ਹਿਤ ਪਰਖਨ ਕੇ ਪੁਨ ਬਿਦ ਠਾਨੀ। ਇਹ ਮੈਂ ਖੁਦ ਵੇਖੀ ਗੱਲ ਹੈ, ਮੈਂ ਤਾਂ ਕਹਿ ਰਿਹਾ ਕਿ ਬੜੇ ਬੜੇ ਪੁਲਿਸ ਅਫਸਰ ਵੀ ਨਾ ਬਾਬਾ ਜੀ, ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਸਰੀਰ ਤਿਆਗ ਗਏ ਜੀ। ਬੜੇ ਬੜੇ ਪੁਲਿਸ ਅਫਸਰ ਵੀ ਆ ਕੇ ਹੱਥ ਜੋੜ ਕੇ ਸਿਰ ਝੁਕਾਉਂਦੇ ਸੀ। ਤੇ ਪਤਾ ਉਹਨਾਂ ਨੂੰ ਕੀ ਕਹਿੰਦੇ ਸੀ? ਉਹਨਾਂ ਨੂੰ ਕਹਿੰਦੇ ਸੀ ਪਿਤਾ ਜੀ, ਪਿਤਾ ਜੀ। ਤੇ ਬੜੇ ਬੜੇ ਅਫਸਰ ਸਿਰ ਰੱਖਦੇ, ਇੱਥੋਂ ਤੱਕ ਵੱਡੇ ਵੱਡੇ ਮੰਤਰੀ ਵੀ ਆ ਕੇ ਮੱਥਾ ਟੇਕਦੇ ਸਨ। ਇਹ ਕਾਹਦੀ ਬਰਕਤ ਹੈ? ਇਹ ਵਾਹਿਗੁਰੂ ਦੇ ਜਪੇ ਹੋਏ ਨਾਮ ਦੀ ਬਰਕਤ ਹੈ। ਕਹੋ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ। ਜਪੇ ਹੋਏ ਨਾਮ ਦੀ ਬਰਕਤ ਹੈ। ਮੰਤਰੀ ਸੰਤਰੀ ਪੁਲਿਸ ਵਾਲੇ ਵੀ ਆ ਕੇ ਮੱਥਾ ਟੇਕਦੇ ਸਨ, ਹੱਥ ਜੋੜਦੇ ਤੇ ਪਿਤਾ ਜੀ ਕਰਦੇ ਸਨ ਜੀ। ਸੋ ਬਾਬਾ ਜੀ ਦੇ ਘਰ ਦੀਆਂ ਸਾਰੀਆਂ ਵਸਤੂਆਂ ਸੂਬੇਦਾਰ ਨੇ ਆਪ ਵਾਪਸ ਪਹੁੰਚਵਾਈਆਂ ਜੀ। ਹਾਂਜੀ। ਖਾਨ ਮਹਾਮਤ ਮਾਨ ਬਿਨਾਨੀ। ਤੇ ਪਰ ਕਈ ਵਾਰੀ ਬੰਦੇ ਦੀ ਬੁੱਧੀ ਦਾ ਪਤਾ ਨਹੀਂ ਲੱਗਦਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਬੜੇ ਬੜੇ ਚੰਗੇ ਬੰਦੇ ਨਾ ਬੜਾ ਬੜਾ ਘਟੀਆ ਕੰਮ ਕਰ ਜਾਂਦੇ ਜੀ। ਖਾਨ ਸੂਬੇਦਾਰ ਬੰਦਾ ਤੇ ਬੜਾ ਵਧੀਆ ਸੀ, ਉਹਨੂੰ ਪਤਾ ਵੀ ਸੀ ਵੀ ਬਾਬਾ ਰਾਮ ਕੋਇਰ ਜੀ ਸਾਧੂ ਹੈ, ਪਰ ਉਹਦੇ ਮਨ ਵਿੱਚ ਆਇਆ ਵੀ ਪਰਖ ਕੇ ਵੇਖੀਏ ਕਿੰਨੀ ਕੁ ਸ਼ਕਤੀ ਹੈ। ਹਾਂਜੀ। ਇੱਕ ਬੜਵਾ ਤੇ ਖਰੀ ਖਤ ਵੇਲੇ। ਉਹਦੇ ਤਬੇਲੇ ਵਿੱਚ ਇੱਕ ਘੋੜੀ ਖਲੋਤੀ ਸੀਗੀ ਸੂਬੇਦਾਰ ਤੇ। ਹਾਂਜੀ। ਜਿਸ ਪਰ ਚੜਨੋਂ ਅਧਿਕ ਦੁਹੇਲੇ। ਉਹ ਘੋੜੀ ਇੰਨੀ ਸਖਤ ਸੀਗੀ, ਉਹ ਆਪਣੇ ਉੱਤੇ ਕਿਸੇ ਨੂੰ ਅਸਵਾਰੀ ਨਹੀਂ ਸੀ ਕਰਨ ਦਿੰਦੀ ਜੀ। ਕਿਸੇ ਨੂੰ ਅਸਵਾਰੀ ਨਹੀਂ ਸੀ ਕਰਨ ਦਿੰਦੀ। ਜਿਹੜਾ ਉਹਦੇ ਉੱਤੇ ਅਸਵਾਰੀ ਕਰਨ ਲਈ ਯਤਨ ਕਰਦਾ, ਉਹਨੂੰ ਉੱਪਰ ਚੜਾ ਕੇ ਥੱਲੇ ਸੁੱਟਦੀ ਸੀਗੀ ਤੇ ਦੁਲੱਤੇ ਮਾਰਦੀ ਸੀਗੀ ਜੀ ਉਹਨੂੰ। ਹਾਂਜੀ। ਅਤ ਅਰੀਅਲ ਨਹ ਚਲਹਿ ਅਗਾਰੇ। ਬੜੀ ਅੜੀਅਲ ਘੋੜੀ ਸੀਗੀ ਜੀ ਉਹ। ਤੇ ਉਹਦੇ ਅੱਗੇ ਨਹੀਂ ਕਿਸੇ ਦੀ ਚੱਲਦੀ ਜੀ। ਕਈ ਜਾਨਵਰ ਹੁੰਦੇ ਆ ਐਸੇ ਜੀ। ਹਾਂਜੀ। ਹਤੇ ਕਸਾ ਬਹੁ ਪੁਸ਼ਤ ਨਿਕਾਰੇ। ਤੇ ਸਾਧ ਸੰਗਤ ਦੱਸਦੇ ਆ, ਕਹਿੰਦੇ ਉਹ ਦੁਲੱਤੇ ਬੜੇ ਮਾਰਦੀ ਸੀਗੀ, ਦੁਲੱਤੇ ਬੜੇ ਮਾਰਦੀ। ਜਿਹੜਾ ਉੱਤੇ ਚੜ ਜਾਂਦਾ ਸੀ ਨਾ ਜੀ, ਉਹ ਬੰਦੇ ਨੂੰ ਥੱਲੇ ਸੁੱਟ ਕੇ ਦੁਲੱਤੇ ਮਾਰਦੀ। ਹੁਣ ਬੰਦਿਆਂ ਨੂੰ ਪਤਾ ਨਹੀਂ ਹੋਣਾ ਦੁਲੱਤਾ ਕੀ ਹੁੰਦਾ ਜੀ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਦੁਲੱਤਾ ਹੁੰਦਾ ਜਦੋਂ ਘੋੜਾ ਜਾਂ ਘੋੜੀ ਦੋਵੇਂ ਪੈਰ ਇਕੱਠੇ ਮਾਰੇ ਨਾ, ਉਹਨੂੰ ਦੁਲੱਤਾ ਕਹਿੰਦੇ। ਦੋ ਲੱਤਾਂ ਮਾਰਨੀਆਂ।
ਦੁਲੱਤੇ ਬੜੇ ਮਾਰਦੀ, ਲੱਕ 'ਚ ਮਾਰ ਮਾਰ ਦੁਲੱਤੇ ਲੱਕ ਤੋੜ ਦਿੰਦੀ ਸੀ ਬੰਦੇ ਦਾ ਜੀ ਉਹ ਘੋੜੀ। ਹਾਂਜੀ। ਚਰਖੀ ਫਿਰ ਗੇ ਰਹੇ ਅਸਵਾਰ, ਚਰਖੀ ਫਿਰ ਗੇ ਰਹੇ ਅਸਵਾਰ, ਕਹਿੰਦੇ ਐ ਪਹਿਲਾਂ ਚੜਾ ਕੇ ਫਿਰ ਡੇਗ ਦਿੰਦੀ ਹੁੰਦੀ ਸੀਗੀ। ਫਾਂਦਤ ਬਕਰ ਨ ਦੇਹ ਸੰਭਾਰ, ਤੇ ਕਦੀ ਖੱਬੇ ਪਾਸੇ ਟੇਢੀ ਹੋ ਜਾਣਾ, ਕਦੀ ਸੱਜੇ ਪਾਸੇ ਟੇਢੀ ਹੋ ਜਾਣਾ, ਨਾ ਉਹਨੇ ਸਵਾਰੀ ਕਰਨ ਦੇਣੀ, ਤੇ ਜੇ ਕਰਨ ਦੇਣੀ ਤੇ ਬੰਦੇ ਨੂੰ ਮਾਰ ਸੁੱਟਣਾ ਜੀ ਉਹਨੇ। ਹਾਂਜੀ। ਭਾਜ ਚਲਹਿ ਤਬ ਅਟਕੇ ਨਾਹੀ, ਤੇ ਜੇ ਉਹ ਘੋੜੀ ਭੱਜ ਜਾਂਦੀ ਸੀ ਨਾ ਜੀ ਤੇ ਖਲੋਂਦੀ ਨਹੀਂ ਸੀ ਕਿਤੇ ਹੁੰਦੀ, ਤੇ ਉਹਨੂੰ ਫੜਨਾ ਬੜਾ ਔਖਾ ਸੀਗਾ ਜੀ। ਹਾਂਜੀ। ਮੋਹਿਤਾਣੀ ਬਹੁ ਐਂਬਨ ਮਾਹੀ, ਐਂਬਨ ਕਿੱਥੇ ਲਿਖਿਆ? ਐਬਨ। ਮੋਹਿਤਾਣੀ ਬਹੁ ਐਬਨ ਮਾਹੀ, ਤੇ ਮੂੰਹ ਜ਼ੋਰ ਬੜੀ ਸੀਗੀ, ਚੰਦਰੀ ਬੜੀ ਸੀਗੀ ਜੀ ਉਹ। ਹਾਂਜੀ। ਖਾਨ ਤੁਰੰਗਨ ਸੋ ਮੰਗਵਾਈ, ਤੇ ਗੱਲ ਕੀ ਜੀ, ਸੂਬੇਦਾਰ ਦਾ ਮਨ ਕਹਿਣ ਲੱਗਾ ਵੀ ਉਸ ਘੋੜੀ ਤੇ ਬਾਬਿਆਂ ਨੂੰ ਬਿਠਾਈਏ। ਅੱਗੇ ਤੇ ਘੋੜੇ ਤੇ ਬੈਠ ਕੇ ਆਏ ਤੇ ਘੋੜਾ ਤਾਂ ਅੱਗੇ ਇਹਨਾਂ ਦਾ ਸੀ, ਜੇ ਇਹ ਉਸ ਘੋੜੀ ਤੇ ਬਹਿ ਕੇ ਸਵਾਰੀ ਕਰਨ ਫਿਰ ਮੈਂ ਮੰਨੂ ਵੀ ਇਹ ਰੱਬ ਦੇ ਪਿਆਰੇ ਹੈਗੇ, ਇਹ ਸਾਧੂ ਹੈਗੇ ਆ। ਉਹਨੇ ਤਬੇਲੇ ਵਿੱਚੋਂ ਉਹ ਘੋੜੀ ਮੰਗਵਾਈ, ਅਰਪੀ ਰਾਮ ਕੋਇਰ ਕਹਿ ਤਾਈ, ਤੇ ਰਾਮ ਕੋਇਰ ਜੀ ਨੂੰ ਭੇਟਾ ਕਰ ਦਿੱਤੀ ਜੀ ਉਹ ਘੋੜੀ। ਹਾਂਜੀ। ਹੱਥ ਜੋੜ ਕਰ ਬਿਨਤੀ ਠਾਨੀ, ਤੇ ਹੱਥ ਜੋੜ ਕੇ ਉਹ ਸੂਬੇਦਾਰ ਰਾਮ ਕੋਇਰ ਜੀ ਨੂੰ ਕਹਿਣ ਲੱਗਾ, ਲਿਹੋ ਉਪਾਇਨ ਬੜਵਾ ਆਨੀ, ਕਹਿਣ ਲੱਗੇ ਜੀ ਆ ਲੋ ਆਹ ਘੋੜੀ ਤੁਹਾਨੂੰ ਭੇਟਾ ਕੀਤੀ ਹੈ। ਵੇਖੋ ਰੱਬ ਦੇ ਪਿਆਰਿਆਂ ਨਾਲ ਛਲ ਕਰਨਾ ਇਹ ਪੁੱਗਦਾ ਨਹੀਂ ਹੈ। ਹਾਂਜੀ। ਇਸ ਪਰ ਆਪ ਅਰੂਡਨ ਹੋਵਹੋ, ਇਹਦੇ ਤੇ ਕਿਰਪਾ ਕਰਕੇ ਤੁਸੀਂ ਅਸਵਾਰੀ ਕਰੋ, ਇਹ ਅੱਜ ਤੋਂ ਘੋੜੀ ਤੁਹਾਡੀ ਹੈ। ਫਿਰ ਹੋ ਅਖੇਰ ਚਲਹੋ ਮਗ ਜੋਵਹੋ, ਫਿਰੋ ਭਾਵੇਂ ਸ਼ਿਕਾਰ ਕਰੋ, ਭਾਵੇਂ ਰਸਤੇ ਤੇ ਲੈ ਕੇ ਜਾਓ, ਜਿਵੇਂ ਮਰਜ਼ੀ, ਇਹ ਹੁਣ ਅੱਜ ਤੋਂ ਘੋੜੀ ਤੁਹਾਡੀ ਹੈ। ਹਾਂਜੀ। ਐਸੀ ਰੀਤ ਭਾਵਨਾ ਮੇਰੀ, ਹਾਂਜੀ। ਇਸ ਥਲ ਤੇ ਚੜ ਕਰ ਇੱਕ ਵੇਰੀ, ਤੇ ਕਹਿਣ ਲੱਗਾ ਮਹਾਰਾਜ ਮੇਰੀ ਇੱਕ ਰੀਝ ਹੈ, ਭਾਵਨਾ ਹੈ। ਭਾਈ ਰਾਮ ਕੋਇਰ ਜੀ ਕਹਿੰਦੇ ਦੱਸ। ਕਹਿਣ ਲੱਗਾ ਜੀ ਇੱਕ ਵਾਰੀ ਤੇ ਜ਼ਰੂਰ ਚੜੋ ਸਾਡੇ ਸਾਹਮਣੇ ਇਹਦੇ ਤੇ। ਹਾਂਜੀ। ਪ੍ਰਥਮ ਕਰੋ ਲਵਪੁਰ ਕੀ ਸੈਲ, ਤੇ ਫਿਰ ਸਭ ਤੋਂ ਪਹਿਲਾਂ ਤੁਸੀਂ ਲਾਹੌਰ ਦੀ ਸੈਰ ਕਰੋ ਇਸ ਘੋੜੀ ਤੇ ਚੜ ਕੇ। ਭਾਵ ਮੈਂ ਅੱਜ ਬੱਚਿਆਂ ਦੀ ਭਾਸ਼ਾ ਵਿੱਚ ਕਵਾਂ ਤੇ ਗੱਡੀ ਦੇਤੀ ਜਿਹਦੀ ਰੇਸ ਹੀ ਹੈਗੀ ਸੀ, ਬ੍ਰੇਕ ਨਹੀਂ ਸੀ ਹੈਗੀ ਜੀ, ਤੇ ਜਾਨ ਦਾ ਖਤਰਾ ਹੈ ਜੀ, ਆਮ ਬੰਦਾ ਬਹਿ ਜੇ। ਹਾਂਜੀ। ਪੁਨ ਨਿਜ ਗ੍ਰਾਮ ਗਮਹੋ ਸਭ ਗੈਲ, ਪਹਿਲਾਂ ਤੇ ਲਾਹੌਰ ਦੀ ਕਰੋ ਸੈਰ ਤੇ ਫਿਰ ਆਪਣੇ ਪਿੰਡ ਰਮਦਾਸ ਚਲੇ ਜਿਓ, ਪਰ ਇੱਕ ਵਾਰੀ ਮੇਰੇ ਸਾਹਮਣੇ ਇਸ ਘੋੜੀ ਤੇ ਜ਼ਰੂਰ ਬੈਠੋ। ਮਾਰਗ ਚਲੇ ਜਾਹੋ ਦਿਨ ਸਾਰੇ, ਸਾਰਾ ਦਿਨ ਸੈਰ ਕਰੋ ਇਸ ਘੋੜੀ ਦੇ ਉੱਤੇ। ਹਾਂਜੀ। ਉਤਰੋ ਸੰਧਿਆ ਸਦਨ ਮਝਾਰੇ, ਤੇ ਸ਼ਾਮਾਂ ਨੂੰ ਫਿਰ ਜਾ ਕੇ ਉਤਰ ਜਿਓ। ਹਾਂਜੀ। ਇਮ ਕਹਿ ਅਰਪ ਉਪਾਇਨ ਦੀਨਾ, ਇਹ ਕਹਿ ਕੇ ਰਾਮ ਕੋਇਰ ਜੀ ਨੂੰ ਉਹ ਘੋੜੀ ਸੂਬੇਦਾਰ ਨੇ ਦੇ ਦਿੱਤੀ। ਕਿਤਕ ਦਰਬ ਅਰ ਬਸਤਰ ਨਵੀਨਾ, ਨਾਲੇ ਮਾਇਆ ਦਿੱਤੀ, ਨਾਲੇ ਕੱਪੜੇ ਦਿੱਤੇ, ਦੇ ਕੇ ਮੱਥਾ ਟੇਕਿਆ। ਅਧਿਕ ਭਾਉ ਤੇ ਰੁਖਸਤ ਕਰੇ, ਬੜੇ ਪ੍ਰੇਮ ਨਾਲ ਰੁਖਸਤ ਕੀਤਾ ਵੀ ਅੱਜ ਚੜ ਕੇ ਇਹਦੇ ਤੇ ਸੈਰ ਕਰੋ। ਹੇਰ ਹੇਰ ਅਚਰਜ ਉਰ ਧਰੇ, ਤੇ ਸੈਨਿਕ ਵੀ ਵੇਖ ਵੇਖ ਹੈਰਾਨ ਹੋ ਰਹੇ ਸਨ ਵੀ ਸੂਬੇਦਾਰ ਨੇ ਘੋੜੀ ਦੇ ਤੇ ਦਿੱਤੀ ਹੈ ਤੇ ਮਾਰ ਦਿੰਦੀ ਹੈ ਬੰਦਾ। ਹਾਂਜੀ। ਤਿਸ ਬੜਵਾ ਕੋ ਤਬ ਹੀ ਲਿਓ, ਤੇ ਬਾਬਾ ਜੀ ਭਾਈ ਰਾਮ ਕੋਇਰ ਜੀ ਨੇ ਸਾਧ ਸੰਗਤ ਜੀ ਉਹ ਬੜਵਾ ਜਿਹੜੀ ਹੈ ਉਹ ਲੈ ਲਈ। ਬੜਵਾ ਕਹਿੰਦੇ ਘੋੜੀ ਨੂੰ, ਘੋੜੀ ਲੈ ਲਈ, ਫੜ ਲਿਆ। ਸੁੰਦਰ ਜੀ ਨਜਸੀ ਪਰ ਪਇਓ, ਉਹਦੇ ਤੇ ਕਾਠੀ ਪਾਈ ਸੀਗੀ ਬੜੀ ਸੋਹਣੀ, ਲਗਾਮ ਲੱਗੀ ਸੀ। ਹਾਂਜੀ। ਗਹਿ ਲਗਾਮ ਤਤਕਾਲ ਉਤਾਰਾ, ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਰਾਮ ਕੋਇਰ ਜੀ ਨੇ ਕੀ ਕੀਤਾ? ਲਗਾਮ ਲਾ ਦਿੱਤੀ ਜੀ, ਕਾਠੀ ਸਾਰਾ ਕੁਝ ਲਾ ਦਿੱਤਾ ਜੀ। ਕੱਲੀ ਘੋੜੀ ਰਹਿ ਗਈ ਤੇ ਹੈ ਖੂੰਖਾਰ, ਮਾਰ ਖੋਰੀ ਆ ਘੋੜੀ ਉਹ। ਹਾਂਜੀ। ਭੇ ਸ਼੍ਰੀ ਰਾਮ ਕੋਇਰ ਅਸਵਾਰਾ, ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਬਾਬਾ ਜੀ ਭਾਈ ਰਾਮ ਕੋਇਰ ਜੀ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈ ਕੇ, ਬਾਬਾ ਬੁੱਢਾ ਸਾਹਿਬ ਜੀ ਦਾ ਨਾਮ ਲੈ ਕੇ, ਉਹ ਘੋੜੀ ਜਿਹੜੀ ਸਿਰ ਸੁਰ ਫੇਰਦੀ ਸੀ ਨਾ, ਜਦੋਂ ਉਹਨੂੰ ਹੱਥ ਲਾਇਆ ਤਾਂ ਉਹ ਸ਼ਾਂਤ ਹੋ ਗਈ ਜੀ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਇਹ ਨਾਮ ਦਾ ਪ੍ਰਤਾਪ ਚ, ਨਾਮ ਦਾ ਪ੍ਰਤਾਪ।
ਜਦੋਂ ਉਹਨੂੰ ਹੱਥ ਲਾਇਆ ਨਾ, ਉਹ ਘੋੜੀ ਉੱਥੇ ਸ਼ਾਂਤ ਹੋ ਗਈ ਸੀ। ਤੇ ਨਿਰੀ ਸ਼ਾਂਤ ਨਹੀਂ ਹੋਈ, ਉਹ ਨੀਵੀਂ ਹੋਈ। ਤੇ ਬਾਬਾ ਜੀ ਭਾਈ ਰਾਮ ਕੋਇਰ ਜੀ ਦੋਵੇਂ ਚਰਨ ਇੱਕ ਪਾਸੇ ਕਰਕੇ ਉਹਦੇ ਤੇ ਵੀ ਬਹਿ ਗਏ ਜੀ। ਹਾਂਜੀ, ਸਹਿਜ ਸੁਭਾਇਕ ਸੋ ਗਮਨਾਈ। ਲਓ ਜੀ, ਜਿਹੜੀ ਆਪਣੇ ਤੇ ਕਿਸੇ ਨੂੰ ਅਸਵਾਰੀ ਕਰਨ ਹੀ ਨਹੀਂ ਸੀ ਦਿੰਦੇ, ਬਾਬਾ ਰਾਮ ਕੋਇਰ ਜੀ ਐਸੇ ਉਹਦੇ ਤੇ ਬੈਠੇ, ਉਸ ਘੋੜੀ ਨੂੰ ਐਸੀ ਛੋਹ ਮਿਲੀ, ਘੋੜੀ ਉੱਥੇ ਹੀ ਟਿਕ ਗਈ ਜੀ। ਉਹ ਤਾਂ ਸਹਿਜ ਸੁਭਾਅ ਘੋੜੀ ਤੁਰਨ ਲੱਗ ਪਈ ਜੀ, ਸਹਿਜ ਸੁਭਾਅ। ਹਾਂਜੀ, ਚਲੀ ਬੀਦ ਕਾ ਮਨਹੁ ਪੜਾਈ। ਉਹ ਸੂਬੇਦਾਰ ਵੀ ਵੇਖੇ ਵੀ ਇਹ ਤੈਨੂੰ ਤੇ ਕਾਬੂ ਕਰਨਾ ਹੀ ਬੜਾ ਔਖਾ ਸੀ, ਤੇ ਰਾਮ ਕੋਇਰ ਜੀ ਨੇ ਹੱਥ ਲਾਉਂਦਿਆਂ ਹੀ ਇਹਨੂੰ ਸੈੱਟ ਕਰ ਲਿਆ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਇਹਨੂੰ ਹੱਥ ਲਾਉਂਦਿਆਂ ਹੀ ਸ਼ਾਂਤ ਕਰ ਦਿੱਤਾ। ਤੇ ਪਿਆਰਿਓ, ਸਹਿਜ ਸੁਭਾਇਕ ਸੋ ਗਮਨਾਈ, ਚਲੀ ਬੀਤ ਕਾ ਮਨਹੁ ਪੜਾਈ। ਤੇ ਜਿਵੇਂ ਕਿਸੇ ਘੋੜੀ ਨੂੰ ਮਾਰ ਟ੍ਰੇਨਡ ਕੀਤਾ ਹੋਵੇ, ਤੇ ਪਿਆਰਿਓ ਟ੍ਰੇਨਡ ਹੋਈ ਘੋੜੀ ਗਲੀਆਂ 'ਚ ਤੁਰਦੀ ਹੈ ਨਾ, ਉਵੇਂ ਉਹ ਘੋੜੀ ਤੁਰੀ ਜਾ ਰਹੀ ਗਲੀਆਂ 'ਚ, ਤੇ ਬਾਬਾ ਰਾਮ ਕੋਇਰ ਜੀ ਉਹਦੇ ਉੱਪਰ ਬੈਠੇ ਹੋਏ ਸਵਾਰੀ ਕਰ ਰਹੇ ਆ। ਹਾਂਜੀ, ਅਨਿਕ ਜਤਨ ਤੇ ਜੋ ਨਹਿ ਚਾਲਤ। ਜਿਹੜੀ ਅਨੇਕਾਂ ਯਤਨ ਕੀਤਿਆਂ ਨਹੀਂ ਸੀ ਚੱਲਦੀ ਹੁੰਦੀ ਘੋੜੀ ਜੀ। ਹਾਂਜੀ, ਮਨ ਅਨੁਸਾਰ ਪਾਏ ਸੋ ਡਾਲਤ। ਤੇ ਉਹ ਰਾਮ ਕੋਇਰ ਜੀ ਉਹਦੇ ਉੱਤੇ ਬੈਠਦਿਆਂ ਸਾਰ ਇਸ ਤਰ੍ਹਾਂ ਦੀ ਹੋ ਗਈ, ਮਾਨੋ ਉਹ ਰਾਮ ਕੋਇਰ ਜੀ ਦੀ ਇੱਛਾ ਅਨੁਸਾਰ ਪੈਰ ਪੁੱਟ ਰਹੀ ਹੋਏ ਆਪਣਾ ਜੀ, ਪੈਰ ਪੁੱਟ ਰਹੀ ਹੋਵੇ। ਇਹ ਵਾਹਿਗੁਰੂ ਦੇ ਨਾਮ ਦੀ ਬੰਦਗੀ ਹੈ। ਮਹਾਰਾਜ ਬਾਣੀ 'ਚ ਕਹਿੰਦੇ, ਸੋ ਐਸਾ ਹਰ ਨਾਮ ਧਿਆਈਐ ਮੇਰੀ ਜਿੰਦੜੀਏ, ਜੋ ਸਭਨਾ ਉਪਰ ਹੁਕਮ ਚਲਾਏ। ਐਸਾ ਵਾਹਿਗੁਰੂ ਦਾ ਨਾਮ ਜਪ, ਜਿਹੜਾ ਨਾਮ ਸਾਰਿਆਂ ਤੇ ਹੁਕਮ ਚਲਾਉਂਦਾ। ਤੇ ਪਿਆਰਿਓ, ਤੁਸੀਂ ਵੇਖ ਲਿਓ, ਵਾਹਿਗੁਰੂ ਦਾ ਨਾਮ ਦਾ ਅਸਰ ਪਸ਼ੂਆਂ ਉੱਤੇ ਵੀ ਪੈ ਜਾਂਦਾ ਜੀ। ਹਾਂਜੀ, ਇੱਕ ਦਿਸ਼ ਦੋਨੋਂ ਚਰਨ ਕਰੇ ਹੈ। ਉਹ ਇੱਕ ਪਾਸੇ ਬਾਬਾ ਰਾਮ ਕੋਇਰ ਜੀ ਨੇ ਦੋਵੇਂ ਚਰਨ ਕੀਤੇ ਹੋਏ ਹਨ। ਹੇਰਤਪੁਰ ਨਰ ਹਰਖ ਪਰੇ ਹੈ। ਤੇ ਸਾਧ ਸੰਗਤ, ਸ਼ਹਿਰ ਦੇ ਲੋਕ ਵੇਖ ਵੇਖ ਹੈਰਾਨ ਹੁੰਦੇ ਵੀ ਇਹ ਤੇ ਸੂਬੇਦਾਰ ਦੀ ਉਹ ਘੋੜੀ ਹੈ ਜਿਹੜੀ ਕਾਬੂ ਹੀ ਨਹੀਂ ਸੀ ਆਉਂਦੀ, ਤੇ ਉਹਦੇ ਤੇ ਬਾਬਾ ਜੀ ਬੈਠੇ ਭਾਰੇ ਜਿਹੇ ਸਰੀਰ ਵਾਲੇ, ਤੇ ਨਾਲੇ ਚਰਨ ਵੀ ਦੋਵੇਂ ਇੱਕੋ ਪਾਸੇ ਕੀਤੇ ਆ। ਹਾਂਜੀ, ਗਰੀਬ ਬਾਜ਼ਾਰ ਬਿਲੋਕਤ ਆਏ। ਗਲੀਆਂ ਬਾਜ਼ਾਰਾਂ ਵਿੱਚ ਲੋਕ ਵੇਖਦੇ ਆ ਰਹੇ ਆ, ਤੇ ਬੜੇ ਸਾਧ ਸੰਗਤ ਹੈਰਾਨ ਹੋ ਰਹੇ ਆ। ਜਹਾਂ ਖਾਨ ਕੇ ਸਦਨ ਸੁਹਾਏ। ਤੇ ਕਰਦਿਆਂ ਕਰਦਿਆਂ ਬਾਬਾ ਜੀ ਸਾਰੇ ਲਾਹੌਰ ਦੀ ਸੈਰ ਕਰਕੇ ਨਾ, ਉਂਝ ਹੀ ਸੈਰ ਕੀਤੀ, ਦੋਵੇਂ ਚਰਨ ਇੱਕ ਪਾਸੇ ਕਰਕੇ, ਤੇ ਵਾਪਸ ਆ ਗਏ ਜਿੱਥੇ ਸੂਬੇਦਾਰ ਦਾ ਘਰ ਸੀ। ਮਹਾ ਸਮਿਰਦ ਨਗਰ ਮਹਪੂਰੀ, ਅਨੇਕ ਪ੍ਰਕਾਰਨ ਰਚਨਾ ਰੂਰੀ। ਲਾਹੌਰ ਸ਼ਹਿਰ ਦੀ ਸਾਰੀ ਰਚਨਾ ਬਾਬਾ ਜੀ ਬੜੇ ਪਿਆਰ ਨਾਲ ਦੇਖਦੇ ਜਾ ਰਹੇ ਹਨ। ਜਹ ਕਹਿ ਨਰਨ ਭੀਰ ਸਮੁਦਾਏ। ਜਿੱਥੋਂ ਜਿੱਥੋਂ ਲੰਘੇ ਸਿੱਖ ਸੰਗਤਾਂ ਦੀ, ਹੋਰ ਮਨੁੱਖਾਂ ਦੀ ਭੀੜ ਲੱਗ ਜਾਂਦੀ ਸੀ। ਭੂਖਨ ਬਸਤਰ ਪਹਿਰ ਹਰ ਖਾਏ। ਤੇ ਸਾਧ ਸੰਗਤ ਤੋਂ ਲੋਕ ਬੜੇ ਹੈਰਾਨ ਹੋ ਰਹੇ ਆ, ਕਿਵੇਂ ਬਾਬਾ ਜੀ ਬੈਠੇ ਆ। ਹਾਂਜੀ, ਪੁਨਹ ਖਾਨ ਨਿਜ ਬੈਠਕ ਮਾਹੇ। ਉਧਰ ਸਾਧ ਸੰਗਤ ਜੀ ਫਿਰ ਜਦੋਂ ਪਹੁੰਚੇ ਆ, ਤੇ ਖਾਨ ਨੇ, ਸੂਬੇਦਾਰ ਨੇ ਆਪਣੀ ਬੈਠਕ ਵਿੱਚ ਬਿਠਾਇਆ। ਲੈ ਪਰ ਵਿਸ਼ਿਓ ਉਤੰਗ ਵੱਡ ਜਾਹੇ। ਤੇ ਸਾਧ ਸੰਗਤ ਜੀ ਬੜੀ ਉੱਚੀ ਬੈਠਕ, ਬੈਠਕ ਵਿੱਚ ਸਾਰਿਆਂ ਚੋਂ ਉੱਚੀ ਜਿਹੜੀ ਥਾਂ ਸੀ ਨਾ, ਉੱਥੇ ਰਾਮ ਕੋਇਰ ਜੀ ਨੂੰ ਬਿਠਾਇਆ ਹੈ। ਉੱਚੇ ਖਰਹੇ ਹੋਏ ਦਿਖਰਾਇਓ। ਨਿਜ ਘਰ ਅਰ ਸਭ ਨਗਰ ਸੁਹਾਇਓ। ਤੇ ਸਾਧ ਸੰਗਤ ਜੀ ਉੱਚਾ ਖੜਾ ਕਰਕੇ ਵਿਖਾਇਆ, ਸਾਰਾ ਸਮਾਨ ਰੱਖ ਕੇ, ਵੀ ਇਹ ਸਮਾਨ ਸੀ ਤੁਹਾਡੇ ਨਗਰ ਦਾ, ਤੁਹਾਡੇ ਘਰ ਦਾ, ਜਿਹੜਾ ਲੁੱਟਿਆ ਗਿਆ ਸੀ। ਤੇ ਇਹ ਹੁਣ ਸਮਾਨ ਅੱਧਾ ਚਲੇ ਗਿਆ, ਅੱਧਾ ਰਹਿ ਗਿਆ, ਉਹ ਵੀ ਚਲੇ ਜਾਏਗਾ। ਤੇ ਉੱਚੇ ਖੜੇ ਹੋਏ ਦਿਖਰਾਇਓ, ਨਿਜ ਘਰ ਅਰ ਸਭ ਨਗਰ ਸੁਹਾਇਓ। ਉਹ ਬਾਬਾ ਰਾਮ ਕੋਇਰ ਜੀ ਨੂੰ ਸੂਬੇਦਾਰ ਕਹਿਣ ਲੱਗਾ, ਬਾਬਾ ਜੀ ਵੇਖੋ, ਤੁਹਾਡੇ ਆਉਣ ਨਾਲ ਮੇਰਾ ਘਰ ਵੀ ਸ਼ੋਭਾ ਪਾ ਰਿਹਾ, ਮੇਰਾ ਸਾਰਾ ਨਗਰ ਹੀ ਪਵਿੱਤਰ ਹੋ ਗਿਆ।
ਸਭਨ ਬਿਲੋਕਤ ਬੋਲੇ ਬਾਨੀ। ਤੇ ਸਾਰਿਆਂ ਨੂੰ ਵੇਖਦਿਆਂ ਬਾਬਾ ਰਾਮ ਕੋਇਰ ਜੀ ਨੇ ਬਚਨ ਕੀਤਾ। ਭਾਈ ਰਾਮ ਕੁਏਰ ਬ੍ਰਹਮ ਗਿਆਨੀ। ਹੁਣ ਭਾਈ ਰਾਮ ਕੋਇਰ ਜੀ ਬ੍ਰਹਮ ਗਿਆਨੀ ਨੇ ਤੇ ਬ੍ਰਹਮ ਦੀ ਭਾਸ਼ਾ ਵਿੱਚ ਹੀ ਹੁਣ ਉੱਤਰ ਦੇਣਗੇ। ਦੋਹਰਾ ਸੁਨਹੁ ਖਾਨ ਰਾਮਦਾਸ ਕੇ ਗ੍ਰਾਮ ਉਜਾਰਿਓ ਲੂਟ। ਕਹਿੰਦੇ ਖਾਨ ਸੁਣ, ਰਮਦਾਸ ਪਿੰਡ ਉਜੜਿਆ, ਲੁੱਟ ਲਿਆ ਸੀ, ਫਿਰ ਉਜੜਿਆ ਉਹ। ਹਾਂਜੀ, ਵਸਤ ਖਸੋਟੀ ਸਭਨ ਤੇ ਗਨ ਮਨ ਜਨ ਕਹੋ ਕੂਟ। ਸਾਰੇ ਲੋਕਾਂ ਪਾਸੋਂ ਵਸਤੂਆਂ ਖੋਹ ਲੀਆਂ ਤੇ ਪਿੰਡਾਂ ਦੇ ਲੋਕਾਂ ਨੂੰ ਕੁੱਟਿਆ ਮਾਰਿਆ ਤੇਰੀ ਫੌਜ ਨੇ। ਹਾਂਜੀ, ਚੌਪਈ ਸੋ ਸਗਰੀ ਤੁਮਨੇ ਫਿਰਵਾਈ। ਫਿਰ ਉਹ ਤੂੰ ਹੁਕਮ ਕਰਕੇ ਆਪਣੀ ਉਸੇ ਫੌਜ ਕੋਲੋਂ ਸਾਰਾ ਸਮਾਨ ਵਾਪਸ ਰਖਾਇਆ। ਹਾਂਜੀ, ਹਮਰੋ ਗ੍ਰਾਮ ਬਸਹੇ ਪੁਨ ਆਈ। ਸਾਡਾ ਪਿੰਡ ਤੇ ਫਿਰ ਵਸ ਗਿਆ ਕਹਿਣ ਲੱਗੇ। ਹਾਂਜੀ, ਤੁਮਰੋ ਨਗਰ ਜੋ ਬਸਹੇ ਬਿਲੰਦ। ਪਰ ਜਿਹੜਾ ਤੇਰਾ ਬੜਾ ਉੱਚਾ ਵੱਡਾ ਨਗਰ ਵਸਦਾ ਹੈ, ਅਰ ਉੱਚੇ ਕਰ ਸੈਲ ਮਨਿੰਦ। ਜਿਹਦੇ ਵਿੱਚ ਬੜੇ ਬੜੇ ਵੱਡੇ ਘਰ ਨੇ ਪਹਾੜਾਂ ਵਰਗੇ। ਹਾਂਜੀ, ਇਹ ਜਬ ਲੂਟੇ ਜਾਹੇ ਉਜਾਰੇ। ਕਹਿਣ ਲੱਗੇ ਜਦੋਂ ਇਹ ਲੁੱਟਿਆ ਗਿਆ ਨਾ, ਤੇਰਾ ਨਗਰ ਲੁੱਟਿਆ ਗਿਆ। ਹਾਂਜੀ, ਕੌਣ ਫਿਰਾਵਹਿ ਵਸਤੂ ਸਾਰੇ। ਫਿਰ ਕੌਣ ਵਸਤੂਆਂ ਵਾਪਸ ਕਰੇਗਾ ਤੇਰੇ ਵਰੀ। ਇੱਕ ਤੇ ਉਹਨੇ ਸਾਧ ਸੰਗਤ ਪਰਖ ਕੀਤੀ ਸੀ ਬਾਬਾ ਜੀ ਦੀ, ਤੇ ਇੱਕ ਬਾਬਾ ਜੀ ਆਉਣ ਵਾਲੇ ਸਮੇਂ ਦੀ ਵੀ ਬਾਤ ਕਰ ਰਹੇ ਸਨ। ਹਾਂਜੀ, ਕਰਹਿ ਕੌਣ ਇਨ ਕੀ ਰਖਵਾਰੀ। ਤੂੰ ਤੇ ਵਾਪਸ ਕਰਤਾ, ਪਰ ਤੇਰੇ ਨਗਰ ਦੀ ਕੌਣ ਰਖਵਾਲੀ ਕਰੇਗਾ। ਕਹਾਂ ਬਸਹੇ ਇਹੋ ਨਗਰੀ ਸਾਰੀ। ਤੇਰੀ ਨਗਰੀ ਕਿੱਥੇ ਵਸੇਗੀ ਜਾ ਕੇ, ਤੇਰੀ ਨਗਰੀ ਦਾ ਕੀ ਬਣੇਗਾ। ਹਾਂਜੀ, ਸੁਨਤ ਖਾਨ ਕਹਿ ਇਹ ਕਿਆ ਆਪ। ਤੇ ਸੂਬੇਦਾਰ ਹੈਰਾਨ ਹੋ ਗਿਆ ਵੀ ਇਹ ਬਾਬਿਆਂ ਕਿਹੜਾ ਬਚਨ ਛੱਡ ਦਿੱਤਾ, ਕਿਉਂਕਿ ਬਾਬਾ ਜੀ ਸਹਿਜ ਸੁਭਾਅ ਬੋਲਦੇ ਸਨ ਪਰ ਵਿੱਚ ਤੱਤ ਹੁੰਦਾ ਸੀ। ਉਹ ਕਹਿਣ ਲੱਗਾ ਜੀ ਇਹ ਆਪ ਕੀ ਕਹਿ ਰਹੇ ਹੋ। ਹਾਂਜੀ, ਦੇਤ ਮੋਹਿ ਅਰਪੁਰ ਕੋ ਸਰਾਪ। ਤੁਸੀਂ ਮੈਨੂੰ ਤੇ ਮੇਰੀ ਨਗਰੀ ਨੂੰ ਸਰਾਪ ਦੇ ਰਹੇ ਹੋ। ਹਾਂਜੀ, ਹਮਕੋ ਸਹਿਜ ਸੁਭਾਇਕ ਬੂਝੇ। ਫਿਰ ਪੜ। ਹਮ ਤੋ ਸਹਿਜ ਸੁਭਾਇਕ ਬੂਝੇ। ਨਹੀਂ, ਭਾਈ ਰਾਮ ਕੋਇਰ ਜੀ ਕਹਿੰਦੇ ਨਹੀਂ, ਮੈਂ ਤਾਂ ਸਹਿਜ ਸੁਭਾਅ ਪੁੱਛ ਰਿਹਾ ਹਾਂ। ਹਾਂਜੀ, ਤੁਮਕੋ ਸਰਾਪ ਕੁਤੋ ਇਹ ਸੂਝੇ। ਤੈਨੂੰ ਇਹ ਕਿੱਥੋਂ ਸਰਾਪ ਲੱਗ ਰਿਹਾ ਹੈ। ਮੈਂ ਤਾਂ ਸਹਿਜ ਸੁਭਾਅ ਪੁੱਛ ਰਿਹਾ ਵੀ ਸਾਡੇ ਨਗਰ ਤੇ ਪਹਿਲਾਂ ਆਪੇ ਫੌਜਾਂ ਚਾੜੀਆਂ, ਆਪੇ ਸਮਾਨ ਲਟਾਇਆ, ਫਿਰ ਵਾਪਸ ਆਪੇ ਰਖਾਤਾ, ਪਰ ਜਦੋਂ ਤੇਰਾ ਨਗਰ ਲੁੱਟਿਆ ਗਿਆ ਉਹਦੀ ਕੌਣ ਰਾਖੀ ਕਰੇਗਾ। ਮੈਂ ਤਾਂ ਸਹਿਜ ਸੁਭਾਅ ਗੱਲ ਕੀਤੀ ਹੈ। ਮਹਾਨ ਨਗਰ ਇਹ ਉਜਰੈ ਸਾਰਾ। ਇਹ ਮਹਾਨ ਨਗਰ, ਕਹਿਣ ਲੱਗੇ ਮਹਾਨਗਰ ਇਹ ਉਜਰੈ ਸਾਰਾ। ਅਸੀਂ ਤਾਂ ਕੇਵਲ ਪੁੱਛ ਰਹੇ ਹਾਂ। ਹਾਂਜੀ, ਕਹਾਂ ਬਸਹੇ ਹਮ ਏਵ ਉਚਾਰਾ। ਕੀ ਪੁੱਛ ਰਹੇ ਹਾਂ ਵੀ ਇਹ ਮਹਾਨ ਨਗਰ ਉਜੜ ਜਾਏਗਾ ਤੇ ਕਿਵੇਂ ਵਸੇਗਾ। ਹਾਂਜੀ, ਹਮਰੀ ਵਸਤ ਤੁਮਹੇ ਫਿਰਵਾਈ। ਵੀ ਸਾਡੀਆਂ ਵਸਤੂਆਂ ਤੇ ਤੂੰ ਵਾਪਸ ਮੁੜ ਭੇਜ ਦਿੱਤੀਆਂ। ਹਾਂਜੀ, ਤੁਮਰੀ ਲੁਟੇ ਕਹਾਂ ਅਰ ਆਈ। ਪਰ ਜਦੋਂ ਤੇਰੀਆਂ ਲੁੱਟੀਆਂ ਗਈਆਂ ਉਹਨਾਂ ਦਾ ਕੀ ਬਣੇਗਾ। ਭਾਵ ਬਾਬਾ ਜੀ ਦੀ ਰਮਜ ਸਮਝਿਓ, ਸਰਾਪ ਨਾ ਜਾਣਿਓ। ਬਾਬਾ ਜੀ ਸੱਚ ਦੱਸ ਰਹੇ ਵੀ ਸਾਡੀਆਂ ਤੇ ਤੂੰ ਵਾਪਸ ਕਰਤੀਆਂ, ਹੋਰ ਕਈ ਪਿੰਡਾਂ ਦੇ ਘਰਾਂ ਦੇ ਸਮਾਨ ਲੁੱਟਦੇ ਹੋ ਉਹ ਥੋੜੀ ਤੁਸੀਂ ਵਾਪਸ ਕਰਦੇ ਹੋ। ਉਹ ਵੀ ਪਾਪ ਹੀ ਹੈ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਫਿਰ ਆਖੋ ਵਾਹਿਗੁਰੂ। ਵਾਹਿਗੁਰੂ। ਉਹ ਵੀ ਪਾਪ ਹੀ ਹੈ ਜਿਹੜਾ ਬਾਕੀਆਂ ਦੇ ਘਰਾਂ ਦਾ ਸਮਾਨ ਲੁੱਟਦੇ ਹੋ। ਸਾਡੇ ਨਗਰ ਦਾ ਸਮਾਨ ਵਾਪਸ ਕਰਨ ਦਾ ਕੀ ਮਤਲਬ ਹੈਗਾ। ਮੇਨ ਗੱਲ ਇਹ ਹੈ ਵਿੱਚ ਬਾਬਾ ਜੀ ਦੀ ਜੀ। ਹਾਂਜੀ, ਸੁਨਤ ਖਾਨ ਪੁਨ ਤੂਸ਼ਨ ਰਹਿਓ। ਤੇ ਸਾਧ ਸੰਗਤ ਉਹ ਖਾਨ ਸੁਣ ਕੇ ਚੁੱਪ ਰਿਹਾ ਜੀ। ਫਿਰ ਹਾਂਜੀ, ਤਰਾਸ ਧਰੇ ਉਰ ਕੁਛ ਨਹਿ ਕਹਿਓ। ਉਹ ਡਰ ਗਿਆ ਜੀ, ਡਰ ਦਾ ਮਾਰਾ ਕੁਝ ਨਹੀਂ ਬੋਲਿਆ ਉਹ। ਹਾਂਜੀ, ਨਿਕਸੇ ਵਹਿਰ ਅਰੂਡਨ ਭਏ। ਤੇ ਸਾਧ ਸੰਗਤ ਫਿਰ ਬਾਬਾ ਜੀ ਨਗਰ ਵਿੱਚੋਂ ਨਿਕਲੇ ਤੇ ਤੁਰ ਪਏ ਆਪਣੇ ਘੋੜੇ ਤੇ ਅਸਵਾਰ ਹੋ ਕੇ। ਪਹੁੰਚਨ ਹਿਤ ਨਿਜ ਗ੍ਰਾਮ ਸਿਧਏ। ਤੇ ਸਾਧ ਸੰਗਤ ਫਿਰ ਅੱਗੋਂ ਆਪਣੇ ਨਗਰ ਵੱਲ ਬਾਬਾ ਜੀ ਨੇ ਚਾਲਾ ਮਾਰਿਆ। ਸਨੇ ਸਨੇ ਮਾਰਗ ਚੱਲ ਪਰੇ। ਹੌਲੀ ਹੌਲੀ
ਰਮਦਾਸ ਨਗਰ ਵੱਲ ਆਪਣੇ ਸੇਵਕਾਂ ਦੇ ਸਮੇਤ ਚਾਲਾ ਮਾਰਿਆ, ਪਰ ਬਾਬਾ ਰਾਮ ਕੋਇਰ ਜੀ ਸਿੱਖਿਆ ਬੜੀ ਵੱਡੀ ਦੇ ਆਏ ਵੀ ਜਿਹੜੀ ਲੁੱਟ ਖਸੁੱਟ ਕਰ ਰਿਹਾ ਨਾ, ਬਾਜ ਆ ਜਾ, ਜਦੋਂ ਤੇਰਾ ਲੁੱਟਿਆ ਗਿਆ ਤੇਰਾ ਨਹੀਂ ਉਹ ਕਿਸੇ ਨੇ ਬਚਾਉਣਾ। ਹਾਂਜੀ। ਸਕਲ ਵਸਤਲੇ ਸੇਵਕ ਤੁਰੇ, ਸੇਵਕ ਵਸਤੂਆਂ ਲੈ ਕੇ ਤੁਰ ਪਏ। ਕਹਿਓ ਖਾਨ ਨੇ ਰਹੀ ਇਹ ਸੰਗ, ਹਾਂਜੀ। ਬੜਵਾ ਤੇਜ ਕੁਚਲਨ ਕੁਡੰਗ। ਤੇ ਸਾਧ ਸੰਗਤ ਜੀ ਉਹ ਭਾਈ ਜੀ ਨਾਲ ਨਾਲ ਖਾਨ ਤੁਰਦਿਆ ਜਾ ਰਿਹਾ ਭਾਈ ਰਾਮ ਕੋਇਰ ਜੀ ਦੇ, ਤੇ ਉਹ ਸੂਬੇਦਾਰ ਕਹਿਣ ਲੱਗਾ ਭਾਈ ਸੇਵਕੋ ਇਹ ਘੋੜੀ ਦਾ ਧਿਆਨ ਰੱਖਿਓ, ਬੜੀ ਭੈੜੀ ਚਾਲ ਵਾਲੀ ਚ। ਹਾਂਜੀ। ਤਿੰਨ ਪਿੱਛੇ ਆਪਣੇ ਜਨ ਕੇ, ਖਾਨ ਨੇ ਉਹਨਾਂ ਪਿੱਛੇ ਆਪਣੀ ਫੌਜ ਦੇ ਕੁਝ ਬੰਦੇ ਵੀ ਭੇਜੇ ਬਾਬਾ ਜੀ ਦੇ ਪਿੱਛੇ ਵੀ ਇਹ ਘੋੜੀ ਕਿਤੇ ਖਰਾਬ ਹੀ ਨਾ ਕਰੇ। ਹਾਂਜੀ। ਪਠਬੋ ਕਰੇ ਕਹਿਓ ਸੰਗ ਤੇ, ਉਹਨਾਂ ਨੂੰ ਕਿਹਾ ਪਿੱਛੇ ਪਿੱਛੇ ਰਹੋ, ਦੂਰ ਦੂਰ ਵੇਖਦੇ ਰਹੋ, ਦੂਰ ਦੂਰ ਤੁਮ ਦੇਖਤ ਜਾਓ, ਵੇਖਦੇ ਜਾਇਓ ਗ੍ਰਹਿ ਕੇ ਨਹੀਂ ਖਬਰ ਸਭ ਵੀ ਲਿਆਇਓ। ਬਾਬਾ ਰਾਮ ਕੋਇਰ ਜੀ ਡਿੱਗਦੇ ਤਾਂ ਨਹੀਂ ਕਿਤੇ ਘੋੜੀ ਤੋਂ, ਇੱਥੇ ਕਰਾਮਾਤ ਵਿਖਾਤੀ ਹੋਵੇ, ਘੋੜੀ ਬੜੀ ਅਰਬ ਹੈ, ਪੱਕੀ ਸਹੀ ਹੋ ਗਈ ਹੈ, ਇਹ ਸਾਰਾ ਕੁਝ ਵੇਖ ਕੇ ਆਉਣਾ ਹੈ। ਜਬ ਲਗਾਮ ਬਿਨ ਚੜ ਕਲ ਚਾਲੇ, ਤੇ ਜਦੋਂ ਬਾਬਾ ਜੀ ਉਸ ਘੋੜੀ ਦੇ ਉੱਤੇ ਲਗਾਮ ਪਾਉਣ ਤੋਂ ਬਗੈਰ ਚੜ ਕੇ ਚੱਲ ਪਏ, ਅਚਰਜ ਮਾਨਿਓ ਖਾਨ ਬਿਸਾਲੇ। ਸੂਬੇਦਾਰ ਫਿਰ ਹੈਰਾਨ ਹੋਇਆ ਵੀ ਇਹ ਘੋੜੀ ਤੇ ਕਾਬੂ ਹੀ ਨਹੀਂ ਸੀ ਆਉਂਦੀ। ਸਾਧ ਸੰਗਤ ਘੋੜੀ ਤੇ ਛੱਡੋ, ਬੜੇ ਬੜੇ ਅੜਬ ਸੁਭਾਅ ਵਾਲੇ ਜਿਹੜੇ ਹੁੰਦੇ ਗੁਰਮੁਖ ਉਹਨਾਂ ਬੰਦਿਆਂ ਨੂੰ ਵੀ ਸੁਧਾਰ ਦਿੰਦੇ ਆ। ਬੜੇ ਬੜੇ ਅਤਿਆਚਾਰੀ ਪਾਪੀ ਮਨੁੱਖ ਹੋਣ ਨਾ, ਗੁਰਮੁਖ ਉਹਨਾਂ ਨੂੰ ਵੀ ਸੁਧਾਰ ਦਿੰਦੇ ਆ। ਇਹ ਤੇ ਕੱਲੀ ਘੋੜੀ ਹੈ। ਹਾਂਜੀ। ਨਮਸਕਾਰ ਕਰ ਘਰ ਕੋ ਗਇਓ, ਸੂਬੇਦਾਰ ਨਮਸਕਾਰ ਕਰਕੇ ਆਪਣੇ ਘਰ ਵਾਪਸ ਚਲੇ ਗਿਆ। ਸ਼ਰਦਾ ਦਿੜ ਠਾਨਤ ਸੁਖ ਲਿਓ, ਤੇ ਸ਼ਰਦਾ ਧਾਰੀ ਵੀ ਕਰਾਮਾਤੀ ਤੇ ਵਾਕੇ ਹੈ। ਤੇ ਉਸ ਦਿਨ ਤੋਂ ਬਾਅਦ ਉਹਨੇ ਫੁਰਨਾ ਬਣਾਇਆ ਵੀ ਲੁੱਟ ਖਸੁੱਟ ਨਹੀਂ ਕਰਨੀ ਕਿਤੇ ਵੀ। ਹਾਂਜੀ। ਲਵਪੁਰ ਤੇ ਨਿਕਸੇ ਮਗ ਪਰੇ, ਤੇ ਬਾਬਾ ਜੀ ਬਾਬਾ ਰਾਮ ਕੋਇਰ ਜੀ ਲਾਹੌਰ ਤੋਂ ਬਾਹਰ ਨਿਕਲ ਕੇ ਅੱਗੇ ਤੁਰ ਪਏ। ਚਲਹੇ ਤੁਰੰਗਨ ਹੋਏ ਅਨੁਸਰੇ, ਤੇ ਘੋੜੀ ਹੁਣ ਉਹਨਾਂ ਦੇ ਅਨੁਸਾਰ ਹੋ ਗਈ ਜੀ, ਜਿਵੇਂ ਚਾਹੁੰਦੇ ਸੀ ਨਾ ਬਾਬਾ ਜੀ, ਹੁਣ ਉਵੇਂ ਘੋੜੀ ਛਾਲਾਂ ਮਾਰਨ ਲੱਗੀ ਐ। ਜਥਾ ਚਲਾਵਨ ਮਨ ਮਹਿ ਠਾਨੈ, ਬਸ ਜਿਵੇਂ ਬਾਬਾ ਜੀ ਮਨ 'ਚ ਸੋਚਦੇ ਸਨ ਨਾ ਵੀ ਇਹਨੂੰ ਇੰਝ ਹੀ ਚਲਾਉਣਾ ਹੈ। ਹਾਂਜੀ। ਸੁਖ ਦਾ ਗਮਨਹਿ ਤਥਾ ਮਹਾਨੇ, ਵੇਖੋ ਕੈਸੀ ਖੇਡ ਬਣੀ, ਘੋੜੀ ਉਸੇ ਗਤੀ ਅਨੁਸਾਰ ਹੀ ਜਾ ਰਹੀ ਹੈ, ਓਨੀ ਸਪੀਡ ਹੀ ਘੋੜੀ ਦੀ ਹੈ ਜਿੰਨੀ ਸਪੀਡ ਬਾਬਾ ਜੀ ਚਾਹੁੰਦੇ ਆ। ਹਾਂਜੀ। ਪਠੇ ਖਾਨ ਜਨ ਦੇਖਨ ਜੇਈ, ਉਹ ਜਿਹੜੇ ਮਨੁੱਖ ਖਾਨ ਨੇ ਭੇਜੇ ਸਨ ਸੂਬੇਦਾਰ ਨੇ ਵੀ ਵੇਖਿਓ ਕਿਤੇ ਬਾਬੇ ਡਿੱਗ ਹੀ ਨਾ ਪੈਣ। ਹਾਂਜੀ। ਚਿਤ ਪਹਿਚਾਨਤ ਭੇ ਬਿਦ ਤੇਈ, ਉਹ ਹਰ ਵਿਧੀ ਅਨੁਸਾਰ ਵੇਖ ਰਹੇ ਸਨ। ਸਬਨ ਦੇਖਤੇ ਤਬਹਿ ਭਜਾਈ, ਤੇ ਬਾਬਾ ਰਾਮ ਕੋਇਰ ਜੀ ਵੀ ਬ੍ਰਹਮ ਗਿਆਨੀ ਹਨ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਉਹਨਾਂ ਨੂੰ ਵੀ ਪਤਾ ਹੈ ਵੀ ਇਹ ਮੈਨੂੰ ਵੇਖ ਰਹੇ ਆ, ਤੇ ਮੈਨੂੰ ਵੇਖ ਰਹੇ ਆ ਵੀ ਮੈਂ ਡਿੱਗ ਨਾ ਜਾਵਾਂ। ਬਾਬਾ ਰਾਮ ਕੋਇਰ ਜੀ ਨੇ ਸਾਰਿਆਂ ਦੇ ਵੇਖਦਿਆਂ ਹੀ ਘੋੜੀ ਨੂੰ ਭਜਾ ਲਿਆ। ਪੌਨ ਗੌਨ ਕੋ ਕਰ ਪਿਛਵਾਈ, ਤੇ ਜਿਵੇਂ ਇੱਕਦਮ 180 ਤੇ ਗੱਡੀ ਨਹੀਂ ਲੈ ਜਾਈਦੀ, ਬਸ ਉਵੇਂ ਬਾਬਾ ਜੀ ਨੇ ਇੰਨੀ ਤੇਜ਼ ਘੋੜੀ ਭਜਾਈ। ਸਾਧ ਸੰਗਤ ਜੀ ਉਹ ਹਵਾ ਦੇ ਵੇਗ ਨਾਲ, ਹਵਾ ਦੇ ਵੇਗ ਅਨੁਸਾਰ ਚੱਲਣ ਲੱਗ ਪਈ, ਸਭ ਕੁਝ ਪਿੱਛੇ ਛੱਡ ਗਏ। ਜਾਤ ਗਰਦ ਅਵਲੋਕਨ ਕਰਈ, ਇੰਨੀ ਤੇਜ਼ ਭੱਜੀ ਜਾਵੇ, ਇੰਨੀ ਤੇਜ਼ ਭੱਜੇ, ਲਾਗੇ ਲਾਗੇ ਬੜਾ ਘੱਟਾ ਉੱਡਦਾ ਗਿਆ। ਨਹਿ ਬੜਵਾ ਕੋ ਅੰਗ ਨਿਹਰਈ, ਬਸ ਘੱਟਾ ਹੀ ਉੱਡਦਾ ਵੇਖਦਾ ਸੀ, ਨਾ ਬੈਠੇ ਬਾਬਾ ਜੀ ਦੇ ਦਰਸ਼ਨ ਹੁੰਦੇ ਸੀ ਨਾ ਘੋੜੀ ਦੇ ਹੀ ਦਰਸ਼ਨ ਹੁੰਦੇ ਸਨ। ਭਾਵ ਇੰਨੀ ਤੇਜ਼ ਘੋੜੀ ਭੱਜੀ ਜਾਵੇ, ਅਧਿਕ ਸ਼ੀਗਰਤਾ ਧਰ ਇਮ ਦੌਰੀ, ਬਸ ਬੜੀ ਸ਼ੀਘਰਤਾ ਧਾਰ ਕੇ ਸਾਧ ਸੰਗਤ ਉਹ ਘੋੜੀ ਦੌੜਦੀ ਜਾਵੇ। ਹੇਰ ਹੇਰ ਨਰ ਮਤ ਭਈ ਬੋਰੀ, ਉਹ ਲੋਕ ਮਨੁੱਖ ਤੇ ਸੂਬੇਦਾਰ ਦੇ ਪਾਗਲ ਹੀ ਹੋ ਗਏ ਜੀ, ਵੇਖ ਵੇਖ ਕੇ ਹੱਦ ਹੋ ਗਈ, ਕਹਿਣ ਲੱਗੇ ਵੇਖਦੀ ਨਹੀਂ ਘੋੜੀ ਤੇ ਬਾਬੇ ਵੀ ਉੱਤੇ ਬੈਠੇ ਡਿੱਗਦੇ ਨਹੀਂ ਹੈਗੇ। ਹਾਂਜੀ। ਪਹੁੰਚੇ ਕੇਤੀ ਦੂਰ ਟਿਕਾਈ, ਬਹੁਤ ਦੂਰ ਪਹੁੰਚ ਕੇ ਫਿਰ ਬਾਬਾ ਜੀ ਨੇ ਘੋੜੀ ਖੜੀ ਕੀਤੀ। ਪੁੰਨ ਨਰ ਗਨ ਕਹੋ ਕੋ, ਪੁੰਨ ਨਰ ਗਨ ਕਹੋ ਛੋ ਦ੍ਰਿਸ਼ਟਾਈ, ਫਿਰ ਜਾ ਕੇ ਸਾਧ ਸੰਗਤ ਜੀ
ਉਹ ਨਾਲ ਦੇ ਸੇਵਕਾਂ ਨੂੰ ਘੋੜੀ ਵਿਖੀ। ਬਾਬਾ ਜੀ ਦੇ ਦਰਸ਼ਨ ਹੋਏ, ਨਹੀਂ ਤੇ ਦਰਸ਼ਨ ਹੀ ਨਹੀਂ ਹੋ ਰਹੇ ਜੀ। ਐਨੀ ਤੇਜ਼ ਭੱਜਦੀ ਸੀ, ਹਵਾ ਨਾਲ ਗੱਲਾਂ ਕਰ ਰਹੀ ਸੀ। ਹਾਂਜੀ। ਇਕ ਦਿਸ਼ ਚਰਨ ਕੀਏ ਅਸਵਾਰੀ। ਬਾਬਾ ਜੀ ਨੇ ਦੋਵੇਂ ਚਰਨ ਇੱਕ ਪਾਸੇ ਕੀਤੇ ਹਨ ਹੇਰ ਹੇਰ ਸਭ ਬੰਧਨ ਧਾਰੀ। ਤੇ ਆ ਕੇ ਸਾਰੇ ਮਨੁੱਖ ਮੱਥਾ ਟੇਕਦੇ ਬਾਬਾ ਜੀ ਦਾ ਸ਼ੁਕਰਾਨਾ ਕਰਦੇ ਹਨ। ਸਹਿਜ ਸੁਭਾਇਕ ਮਾਰਗ ਸਾਰੇ। ਬਸ ਸਹਿਜ ਸੁਭਾਅ ਇਸੇ ਤਰੀਕੇ ਨਾਲ ਲਾਹੌਰ ਤੋਂ ਰਮਦਾਸ ਪਿੰਡ ਦਾ ਸਾਰਾ ਰਸਤਾ ਉਲਗ ਪਹੁੰਚ ਨਿਜ ਗ੍ਰਾਮ ਮਝਾਰੇ। ਤੇ ਉਲੰਘ ਪਹੁੰਚ ਨਿਜ ਗ੍ਰਾਮ ਮਝਾਰੇ। ਸਾਧ ਸੰਗਤ ਜੀ ਉਹ ਸਾਰਾ ਬਾਬਾ ਜੀ ਲੰਘ ਗਏ ਤੇ ਆਪਣੇ ਪਿੰਡ ਵਿੱਚ ਪਹੁੰਚ ਗਏ। ਵੇਖ ਲਓ ਉਹ ਘੋੜੀ ਕਾਬੂ ਨਹੀਂ ਸੀ ਆਉਂਦੀ, ਕਿਵੇਂ ਬਾਬਾ ਜੀ ਦੇ ਹੁਕਮ ਅਨੁਸਾਰ ਹੋ ਗਈ ਜੀ। ਉਹ ਇਹ ਭਗਤੀ ਦੀ ਖੇਡ ਹੈ, ਵਾਹਿਗੁਰੂ ਦੇ ਨਾਮ ਦੀ ਖੇਡ ਹੈ। ਹਾਂਜੀ। ਉਤਰ ਪਰੇ ਆਪਣੇ ਕਰ ਰਹੇ। ਸਾਧ ਸੰਗਤ ਜੀ ਫਿਰ ਬਾਬਾ ਜੀ ਉਤਰ ਕੇ ਆਪਣੇ ਘਰ ਵਿੱਚ ਚਲੇ ਗਏ ਜੀ। ਹਾਂਜੀ। ਦੇਸ਼ ਅਨੇਕ ਮਾਨਤ ਜਿਹ ਅਹੇ। ਅਨੇਕਾਂ ਦੇਸ਼ਾਂ ਦੇ ਲੋਕ ਬਾਬਾ ਰਾਮ ਕੋਇਰ ਜੀ ਨੂੰ ਮੰਨਦੇ ਵੀ ਬਾਬਾ ਰਾਮ ਕੋਇਰ ਜੀ ਤੇ ਬਾਬਾ ਬੁੱਢਾ ਜੀ ਦਾ ਹੀ ਰੂਪ ਨੇ। ਇੰਨੀ ਬਖਸ਼ਿਸ਼, ਇੰਨੀ ਬਰਕਤ ਇਹਨਾਂ ਵਿੱਚ। ਹਾਂਜੀ। ਦੋਹਰਾ ਰਾਮ ਕੋਇਰ ਇਹ ਭਾਂਤ ਪਾ ਟਿਗ ਦਸਵੇਂ ਪਾਤਸ਼ਾਹ। ਰਾਮ ਕੋਇਰ ਇਸ ਭਾਂਤ ਭਾ ਟਿਗ ਦਸਵੇਂ ਪਾਤਸ਼ਾਹ। ਇਸ ਤਰੀਕੇ ਨਾਲ ਬਾਬਾ ਰਾਮ ਕੋਇਰ ਜੀ 10ਵੇਂ ਪਾਤਸ਼ਾਹ ਦੇ ਕੋਲ ਵੀ ਰਹਿੰਦੇ ਸਨ। ਹਾਂਜੀ। ਬਹੁਤ ਵਾਰਤਾ ਤਬ ਕਰੀ ਆਗੇ ਸੁਣੀਐ ਤਾਹੇ। ਸਹਿਜੇ ਬੋਲੋ। ਬਹੁਤ ਵਾਰਤਾ ਤਬ ਕਰੀ। 10ਵੇਂ ਪਾਤਸ਼ਾਹ ਦੇ ਨਾਲ ਵੀ ਬੜੇ ਵਾਰਤਾਲਾਪ ਹੋਏ ਬਾਬਾ ਰਾਮ ਕੋਇਰ ਜੀ ਦੇ। ਉਹ ਕਵੀ ਜੀ ਕਹਿੰਦੇ ਮੈਂ ਅੱਗੇ ਜਾ ਕੇ ਕਹਾਂਗਾ, ਅੱਗੇ ਜਾ ਕੇ ਕਥਾ ਆਏਗੀ। ਬਾਬਾ ਰਾਮ ਕੋਇਰ ਜੀ ਕਿਵੇਂ ਮਾਤਾ ਗੁਜਰੀ ਜੀ ਨੇ ਯਾਦ ਕੀਤਾ, ਬਾਬਾ ਰਾਮ ਕੋਇਰ ਜੀ ਆਏ, ਉਹ ਸਾਰੇ ਪ੍ਰਸੰਗ ਅੱਗੇ ਜਾ ਕੇ ਕਹਾਂਗਾ। ਚੌਪਈ ਇਸ ਕੀ ਕਹੀ ਕਿਤਿਕ ਗੁਰ ਕਥਾ। ਹਾਂਜੀ। ਸਰਬ ਸੁਨਾਵੋ ਮਮ ਮਤ ਜਥਾ। ਤੇ ਸਰਬ ਸੁਨਾਵੋ ਬਿੰਦੀ ਨਾਲ ਲਾਈਏ ਤੇ ਅਰਥ ਬਦਲ ਜਾਂਦਾ। ਉਹ ਭਾਈ ਰਾਮ ਕੋਇਰ ਜੀ ਨੇ ਜਿੰਨੀ ਕਥਾ ਕਹੀ ਹੈ, ਕਵੀ ਸੰਤੋਖ ਸਿੰਘ ਜੀ ਕਹਿੰਦੇ ਉਹ ਹੁਣ ਮੈਂ ਸਾਰੀ ਤੁਹਾਨੂੰ ਆਪ ਸੁਣਾਉਂਦਾ ਹਾਂ। ਮਨੀ ਸਿੰਘ ਭਏ ਬੁੱਧਵਾਨ ਤਿੰਨੋਂ ਬ੍ਰਿਤੰਤ ਜੋ ਕੀਨ ਬਖਾਨ। ਮਨੀ ਸਿੰਘ ਜਿਹੜੇ ਬੜੇ ਬੁੱਧੀਵਾਨ ਸਿੱਖ ਹੋਏ ਆ, ਉਹ ਬੜੇ ਬੁੱਧੀਵਾਨ ਸਨ। ਉਹਨਾਂ ਨੇ ਇਹ ਨਾਲ ਨਾਲ ਹੋਰ ਵੀ ਕੁਝ ਕਥਾ ਕਹੀ ਹੈ। ਉਹ ਸਾਰੀ ਕਥਾ ਮੈਂ ਤੁਹਾਨੂੰ ਦੱਸਦਾ ਹਾਂ। ਇਸ ਸ਼ੁਭ ਗ੍ਰੰਥ ਵਿਖੈ ਮੈਂ ਕਹੋ। ਇਹ ਸਾਰੀ ਕਥਾ ਹੁਣ ਭਾਈ ਰਾਮ ਕੋਇਰ ਏਡੇ ਵੱਡੇ ਬ੍ਰਹਮ ਗਿਆਨੀ, ਉਹਨਾਂ ਨੇ ਜਿਹੜੀ ਸਿੱਖਾਂ ਨੂੰ ਸੁਣਾਈ। ਤੁਸੀਂ ਭਾਈ ਰਾਮ ਕੋਇਰ ਜੀ ਦਾ ਜਸ ਸੁਣਿਆ, ਉਹਨਾਂ ਜਿਹੜੀ ਕਥਾ ਸੁਣਾਈ ਹੈ ਉਹ ਹੁਣ ਅੱਗੇ ਮੈਂ ਇਸ ਗ੍ਰੰਥ ਵਿੱਚ ਕਹਾਂਗਾ। ਸ਼੍ਰੀ ਗੁਰ ਸੁਜਸ ਜਹਾਂ ਤੇ ਲਹੋਂ। ਜਿਹਦੇ ਵਿੱਚ ਜਿਨ੍ਹਾਂ ਪ੍ਰਸੰਗਾਂ ਵਿੱਚ ਮੈਂ ਮਹਾਰਾਜ ਦਾ ਜਸ ਵੇਖਦਾ ਹਾਂ, ਤਹ ਤੇ ਕਰੋ ਬਟੋਰ ਨਸਾਰੇ। ਬਸ ਉੱਥੋਂ ਮੈਂ ਕਥਾ ਇਕੱਠੀ ਕਰੀ ਜਾਂਦਾ ਮਹਾਰਾਜ ਦੀ, ਮਹਾਰਾਜ ਦੇ ਜਸ ਵਾਲੀ ਕਥਾ। ਵੇਖੋ ਕਈ ਕਥਾ ਤੇ ਕਰਦੇ ਆ, ਪਰ ਕਥਾ ਵਿੱਚ ਵੀ ਮਹਾਰਾਜ ਦਾ ਜਸ ਨਹੀਂ ਕਰਦੇ। ਕਵੀ ਸੰਤੋਖ ਸਿੰਘ ਜੀ ਨੇ ਜਿਹੜੀ ਕਥਾ ਲਿਖੀ ਹੈ ਨਾ, ਇਹਦੇ ਵਿੱਚ ਮਹਾਰਾਜ ਦਾ ਜਸ ਲਿਖਿਆ ਜੀ। ਹਾਂਜੀ। ਕਿਤਕ ਸੁਨੀ ਸਿੱਖਨ ਮੁਖ ਦੁਆਰੇ। ਕਹਿੰਦੇ ਕੁਝ ਰਾਮ ਕੋਇਰ ਜੀ ਦੀ ਲਿਖੀ ਕਥਾ, ਕੁਝ ਭਾਈ ਮਨੀ ਸਿੰਘ ਜੀ ਦੀ ਲਿਖੀ ਕਥਾ, ਕੁਝ ਮੈਂ ਜਾ ਕੇ ਸੁਣੀ ਕਥਾ ਉਹ, ਤੇ ਕੁਝ ਮੈਂ ਸਿੱਖਾਂ ਦੇ ਮੁਖ ਤੋਂ ਜਿਹੜੀ ਕਥਾਵਾਂ ਸੁਣੀਆਂ ਹਨ। ਸੋ ਸਭ ਇਸ ਮੈਂ ਲਿਖੋਂ ਬਣਾਈ। ਉਹ ਸਾਰੀ ਮੈਂ ਲਿਖੋਂ ਬਿੰਦੀ ਲਾ ਕੇ, ਉਹ ਸਾਰੀ ਮੈਂ ਇਸ ਗ੍ਰੰਥ ਵਿੱਚ ਹੁਣ ਲਿਖਾਂਗਾ। ਛੰਦ ਬੰਦ ਕਰ ਸੁੰਦਰਤਾਈ। ਬੜੀ ਸੋਹਣੀ ਛੰਦਾ ਬੰਦੀ ਦੇ ਵਿੱਚ ਕਥਾ ਲਿਖਿਆ ਕਰਾਂਗਾ ਕਹਿੰਦੇ। ਹਾਂਜੀ। ਕਿਤ ਕਿਤ ਅਪਰ ਥਾਨ ਗੁਰ ਕਥਾ। ਹਾਂਜੀ। ਸੋ ਮੈਂ ਰਚੋਂ ਦੇਖ ਹਾਂ ਜਥਾ। ਤੇ ਕਿਤੇ ਕਿਤੇ ਹੋਰ ਥਾਵਾਂ ਤੇ ਗੁਰੂ ਸਾਹਿਬ ਦੀ ਕਥਾ ਮੈਨੂੰ ਹੋਰ ਉਪਲਬਧ ਹੋਈ ਹੈ, ਉਹ ਵੀ ਮੈਂ ਇਸ ਗ੍ਰੰਥ ਵਿੱਚ ਲਿਖਾਂਗਾ। ਉਹ ਅੱਗੇ ਜਾ ਕੇ ਤੁਹਾਨੂੰ ਪਤਾ ਲੱਗੀ ਜਾਵੇਗਾ। ਸ਼੍ਰੀ ਗੁਰ ਕੋ ਇਤਿਹਾਸ ਜਗਤ ਮਹਿ ਰਲ ਮਿਲ ਰਹਿਓ ਏਕ ਥਲ ਸਭ ਨਹਿ। ਕਿਉਂਕਿ ਗੁਰੂ ਸਾਹਿਬ ਦਾ ਇਤਿਹਾਸ ਬੜਾ ਵੱਡਾ ਹੈ। ਗੁਰੂ ਸਾਹਿਬ ਇੱਕ ਥਾਂ ਤੇ ਨਹੀਂ ਰਹੇ, ਮਹਾਰਾਜ ਬੜੀਆਂ ਥਾਵਾਂ ਤੇ ਗਏ ਆ। ਸੱਚੇ ਪਾਤਸ਼ਾਹ ਨੇ ਬੜੀਆਂ ਥਾਵਾਂ ਤੇ ਚਰਨ ਪਾਏ ਆ। ਹਾਂਜੀ। ਜਿਮ ਸਿਕਤਾ ਮਹਿ ਕੰਚਨ ਮਿਲੈ ਬੀਨ ਡਾਲਵਾ ਲੈ ਤਹਿਤ ਭਲਾ। ਤੇ ਕਹਿਣ ਲੱਗੇ ਫਿਰ ਉਹ ਸਾਰੀਆਂ ਗੱਲਾਂ ਦੀ ਪ੍ਰਾਪਤੀ ਕਰਨੀ ਜਿਹੜੀ ਉਹ ਬੜਾ ਔਖਾ ਹੈ। ਜਿਵੇਂ ਰੇਤ ਵਿੱਚ ਸੋਨਾ ਮਿਲ ਜਾਵੇ ਤੇ ਸਾਧ ਸੰਗਤ ਉਹਨੂੰ ਵੱਖਰਾ ਕਰਨਾ ਔਖਾ ਹੈ।
ਤੇ ਬੜੀ ਭਲੀ ਪ੍ਰਕਾਰ ਨਾਲ ਉਹਨੂੰ ਕੱਢਿਆ ਜਾਂਦਾ, ਫਿਰ ਵੱਖਰਾ ਕੀਤਾ ਜਾਂਦਾ ਮਿਹਨਤ ਲਾ ਕੇ। ਕਹਿੰਦੇ ਬਸ ਇਸੇ ਤਰ੍ਹਾਂ ਮਿਹਨਤ ਲਾ ਕੇ ਮੈਂ ਮਹਾਰਾਜ ਜੀ ਦਾ ਇਤਿਹਾਸ ਹੁਣ ਤੁਹਾਡੇ ਲਈ ਲਿਖ ਰਿਹਾ, ਪਿਆਰ ਨਾਲ ਇਹ ਸੁਣੋ। ਤਥਾ ਜਗਤ ਤੇ ਮੈਂ ਚੁਣ ਲਿਉ, ਮੈਂ ਵੀ ਜਗਤ ਵਿੱਚੋਂ ਮਹਾਰਾਜ ਦਾ ਇਤਿਹਾਸ ਚੁਣ ਚੁਣ ਕੇ ਲਿਆ। ਹਾਂਜੀ, ਕਥਾ ਸਮਸਤ ਸੋ ਲਿਖ ਕਰ ਦੇਉ। ਸੋ ਹੁਣ ਮੈਂ ਉਹ ਸਾਰੀ ਕਥਾ ਲਿਖ ਦਿਆਂਗਾ, ਜੋ ਸੁਣਿਆ, ਜੋ ਪੜ੍ਹਿਆ, ਜੋ ਵੇਖਿਆ, ਉਹ ਸਾਰੀ ਮੈਂ ਲਿਖ ਦਿਆਂਗਾ। ਬਾਣੀ ਸਫਲ ਕਰਨ ਕੇ ਕਾਰਨ, ਕਰਹੁ ਸਤਿਗੁਰ ਸੋ ਜਸ ਉਚਾਰਨ। ਤੇ ਮੈਂ ਆਪਣੀ ਬਾਣੀ ਸਫਲੀ ਕਰਨ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦਾ ਜਸ ਕਰਦਾ ਹਾਂ। ਅੱਗੋਂ ਹੁਣ ਜਿਹੜੀ ਕਥਾ ਹੈ ਉਹ ਸਾਧ ਸੰਗਤ ਦੀ ਆਪਾਂ ਕੱਲ ਨੂੰ ਸਰਵਣ ਕਰਾਂਗੇ। ਮਹਾਰਾਜ ਕਿਰਪਾ ਕਰਨ, ਹੁਣ ਇਹ ਸਿੱਧੀ ਹੁਣ ਮਹਾਰਾਜ ਜੀ ਦੀ ਕਥਾ ਹੀ ਅੱਗੇ ਚੱਲੇਗੀ। ਅੱਗੋਂ ਨਵੀਂ ਕਥਾ ਆਰੰਭ ਹੋਣਾ ਹੀ ਹੈ। ਬੜੇ ਪਿਆਰ ਨਾਲ ਆਪਾਂ ਸਰਵਣ ਕਰੀ ਚੱਲੀਏ। ਪਿਆਰ ਨਾਲ ਗੱਜ ਕੇ ਗੁਰਮੰਤਰ ਦਾ ਕਰੋ ਜਾਪ। ਆਖੋ ਜੀ ਵਾਹਿਗੁਰੂ 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 ਜਪੋ। ਵਾਹਿਗੁਰੂ 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 ਵਾਹਿਗੁਰੂ। ਸੱਚੇ ਪਾਤਸ਼ਾਹ ਮਿਹਰਾਂ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਸਤਿਕਾਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।